ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸੰਗਰੂਰ ਜਿਮਨੀ ਚੋਣ ਦੇ ਨਿਰਪੱਖ ਸਰਵੇ ਦੇ ਬਾਰੇ। ਉਸ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਅੱਜ ਤੋਂ 2-3 ਮਹੀਨੇ ਪਹਿਲਾਂ ਹੋਈਆਂ ਸੀ ਤਾਂ ਉਦੋਂ ਵੀ ਅਸੀਂ ਜਿਹੜਾ ਆਪਣੇ ਦਰਸ਼ਕਾਂ ਨੂੰ ਪੰਜਾਬ ਦੀਆਂ ਸਭ ਤੋਂ ਹੌਟ ਸੀਟਾਂ ਜਿਹੜੀਆਂ ਸੀ, ਚਾਹੇ ਉਹ ਜਲਾਲਾਬਾਦ ਹੋਵੇ, ਚਾਹੇ ਉਹ ਲੰਬੀ ਹੋਵੇ, ਚਾਹੇ ਉਹ ਭਦੌੜ ਸਾਹਿਬ ਹੋਵੇ, ਚਾਹੇ ਉਹ ਚਾਹੇ ਉਹ ਭਦੌੜ ਹੋਵੇ ਤੇ ਚਾਹੇ ਉਹ ਚਮਕੌਰ ਸਾਹਿਬ ਹੋਵੇ, ਚਾਹੇ ਉਹ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਾਲੀ ਅੰਮ੍ਰਿਤਸਰ ਵਾਲੀ ਸੀਟ ਹੋਵੇ, ਇਹਨਾਂ ਸੀਟਾਂ ਦੇ ਉੱਪਰ ਜਿਹੜਾ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜਾ ਨਿਰਪੱਖ ਸਰਵੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਉਹ ਦੱਸਿਆ ਸੀਗਾ, ਉਹਨਾਂ ਜਿਹੜਾ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਤੱਕ ਜਿਹੜਾ ਸਟੀਕ ਸਰਵੇ ਪਹੁੰਚਾਇਆ ਸੀਗਾ ਉਹ ਤਕਰੀਬਨ ਜਿਹੜਾ ਸੱਚ ਸਾਬਤ ਹੋਇਆ ਸੀ। ਤਾਂ ਹੁਣ ਇੱਕ ਵਾਰ ਫਿਰ ਤੋਂ ਜਿਹੜੀ ਸੰਗਰੂਰ ਜਿਮਨੀ ਚੋਣ ਹੋਣ ਜਾ ਰਹੀ ਹੈ, ਪੰਜਾਬ ਦੇ ਅੰਦਰ ਚੋਣਾਂ ਨੇ ਦਸਤਕ ਦਿੱਤੀ ਹੈ। ਦੱਸ ਦਈਏ ਕਿ ਇਹ ਜਿਮਨੀ ਚੋਣ ਜਿਹੜੀ ਹੈ ਉਹ ਭਗਵੰਤ ਮਾਨ ਦੇ ਧੂਰੀ ਤੋਂ ਚੋਣ ਲੜਨ, ਉੱਥੋਂ ਜਿੱਤਣ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਬਣਨ ਤੋਂ ਬਾਅਦ ਜਿਹੜੀ ਆ ਲੋਕ ਸਭਾ ਸੀਟ ਖਾਲੀ ਹੋਈ ਹੈ ਤੇ ਹੁਣ ਉੱਥੇ ਜਿਹੜੀ ਹੈ 23 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਤੇ 26 ਜੂਨ ਨੂੰ ਉਹਨਾਂ ਦਾ ਰਿਜ਼ਲਟ ਆ ਜਾਊਗਾ। ਗੱਲਬਾਤ ਇਸ ਤੇ ਕਰਾਂਗੇ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਲਈ ਜਿਹੜੀ ਇਹ ਚੋਣ ਹੈ ਵਕਾਰ ਦਾ ਸਵਾਲ ਬਣੀ ਹੋਈ ਹੈ। ਉੱਥੇ ਜੇ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਉਦੋਂ ਸਰਕਾਰ ਬਣਾਇਆ ਨੂੰ 3 ਜਾਂ ਸਵਾ 3 ਮਹੀਨੇ ਹੋ ਜਾਣੇ ਆ ਜਦੋਂ ਇਹ ਵੋਟਾਂ 23 ਜੂਨ ਨੂੰ ਪੈਣੀਆਂ ਨੇ। ਤਾਂ ਉਹਨਾਂ ਦੇ ਵਕਾਰ ਦਾ ਸਵਾਲ ਇਸ ਲਈ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਅਸੀਂ ਅਨੁਸਾਰ ਉਹ ਕੰਮ ਕਰਤੇ ਜਿਹੜੀਆਂ ਪਿਛਲੀਆਂ ਪਾਰਟੀਆਂ, ਜਿਹੜੀਆਂ ਪਿਛਲੀਆਂ ਸਰਕਾਰਾਂ ਜਿਹੜੀਆਂ ਉਹ 70 ਸਾਲਾਂ ਦੇ ਵਿੱਚ ਨਹੀਂ ਕਰ ਸਕੀਆਂ। ਉਹ ਵਾਕਈ ਇਹ ਕੰਮ ਕਰ ਸਕੀਆਂ ਜਾਂ ਨਹੀਂ ਕਰ ਸਕੀਆਂ, ਜਾਂ ਉਹ ਕਿੰਨਾ ਖਰਾ ਉਤਰਨਗੇ ਲੋਕਾਂ ਦੇ ਲਈ ਇਸ ਜਿਮਨੀ ਚੋਣ ਦੇ ਅੰਦਰ, ਉਸ ਤੇ ਗੱਲਬਾਤ ਕਰਾਂਗੇ। ਤਾਂ ਦੂਜੇ ਪਾਸੇ ਗੱਲਬਾਤ ਕਾਂਗਰਸ ਦੇ ਬਾਰੇ ਵੀ ਕਰਾਂਗੇ ਕਿ ਕਾਂਗਰਸ ਜਿਹੜੀ ਹੈ ਉਹ ਸੁਨੀਲ ਜਾਖੜ ਦੇ ਕਾਂਗਰਸ ਛੱਡਣ ਤੋਂ ਬਾਅਦ, ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਦੋਵਾਂ ਲੀਡਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਜਿਹੜੀ ਚੋਣ ਕਿਵੇਂ ਲੜੂਗੀ, ਵੱਡੇ ਜਿਹੜੇ ਸਵਾਲ ਪੈਦਾ ਹੁੰਦੇ ਨੇ। ਕਾਂਗਰਸ ਦੇ ਅੰਦਰ ਹਾਲੇ ਵੀ ਜਿਹੜੀ ਕਲੇਸ਼ ਲਗਾਤਾਰ ਚੱਲ ਰਿਹਾ। ਨਾਲ ਹੀ ਨਾਲ ਗੱਲ ਬੀਜੇਪੀ ਦੀ ਵੀ ਕਰਾਂਗੇ। ਬੀਜੇਪੀ ਵੱਡੇ ਲੀਡਰ ਖਿੱਚ ਰਹੀ ਹੈ ਤੇ ਹਵਾ ਵੀ ਬਣਦੀ ਜਾ ਰਹੀ ਹੈ। ਤਾਂ ਦੂਜੇ ਪਾਸੇ ਅਕਾਲੀ ਦਲ ਦਾ ਹਾਲਾਤ ਜਿਹੜੇ ਉਹੀ ਜਿਉਂਦੇ ਤਿਉਂ ਬਣੇ ਹੋਏ ਨੇ। ਸਾਰੀਆਂ ਪਾਰਟੀਆਂ ਦਾ ਨਿਰਪੱਖ ਸਰਵੇ ਕਰਾਂਗੇ ਕਿ ਕੌਣ ਉਸ ਜਿਮਨੀ ਸੀਟ ਦੇ ਉੱਪਰ ਬਾਜੀ ਮਾਰੂਗਾ। ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਟੀਕ ਤੇ ਸਹੀ ਸਰਵੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਇਹ ਜਿਹੜੀ ਸੀਟ ਹੈ, ਇਹ ਜਿਹੜੀ ਜਿਮਨੀ ਚੋਣ ਹੈ, ਇਹ ਜਿਹੜੀ ਆਮ ਜਿਮਨੀ ਚੋਣ ਨਹੀਂ, ਇਹ ਬੜੀ ਅਹਿਮ ਜਿਮਨੀ ਚੋਣ ਹੈ। ਇਹਦੇ ਵਿੱਚ ਦੂਜੀਆਂ ਪਾਰਟੀਆਂ ਨੇ ਇਹ ਜ਼ੋਰ ਲਾਉਣਾ ਹੈ ਕਿ ਮਾਤ ਦਿੱਤੀ ਜਾਵੇ ਆਮ ਆਦਮੀ ਪਾਰਟੀ ਨੂੰ, ਕਿ ਹਵਾ ਲੋਕਾਂ ਦੇ ਵਿੱਚ ਬਣਾਈ ਜਾਵੇ, ਕਿਉਂਕਿ ਅੱਗੇ 2024 ਦੀਆਂ ਚੋਣਾਂ ਵੀ ਆਉਣੀਆਂ ਨੇ ਕਿ ਭਾਈ ਲਓ, ਲੋਕਾਂ ਦਾ ਬੁਖਾਰ ਜਿਹੜਾ ਆਮ ਆਦਮੀ ਪਾਰਟੀ ਵਾਲਾ ਸੀਗਾ ਉਹ 2-2.5-3 ਮਹੀਨਿਆਂ ਦੇ ਵਿੱਚ ਹੀ ਲੈ ਗਿਆ। ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਆਪਣਾ ਵਕਾਰ ਜਿਹੜੀ ਬਚਾਉਣ ਦੀ ਕੋਸ਼ਿਸ਼ ਕਰਨੀ ਹੈ। ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਇਸ ਜਿਮਨੀ ਚੋਣ ਨੂੰ ਇੱਕ ਕਰਕੇ ਗੱਲ ਆਪਾਂ ਪਾਰਟੀਆਂ ਦੀ ਕਰਾਂਗੇ। ਸਭ ਤੋਂ ਪਹਿਲਾਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਜਾਂ ਆਪਾਂ ਰਲਿਆ ਮਿਲਿਆ ਹੀ ਕਰਦੇ ਹਾਂ ਸਾਰੀਆਂ ਪਾਰਟੀਆਂ ਨੂੰ ਲੈ ਕੇ, ਤਾਂ ਕਿਵੇਂ ਦੇਖਦੇ ਹੋ ਕਿ ਇਸ ਜਿਮਨੀ ਚੋਣ ਦੇ ਵਿੱਚ ਕਿਹੜੀ ਪਾਰਟੀ ਜਿਹੜੀ ਹੈ ਉਹ ਬਾਜੀ ਮਾਰ ਸਕਦੀ ਹੈ, ਕਿਹੜੀ ਪਾਰਟੀ ਜਿਹੜੀ ਅੱਗੇ ਚੱਲਦੀ ਦਿਖਾਈ ਦੇ ਰਹੀ ਹੈ ਫਿਲਹਾਲ ਦੇ ਲਈ? ਸੁਖਵਿੰਦਰ ਜੀ, ਜਿਸ ਤਰੀਕੇ ਨਾਲ ਤੁਸੀਂ ਸਥਿਤੀ ਬਿਆਨ ਕੀਤੀ ਹੈ ਕਿ ਸੰਗਰੂਰ ਦੀ ਜਿਹੜੀ ਸੀਟ ਆ ਸਾਰੀਆਂ ਪਾਰਟੀਆਂ ਵਾਸਤੇ ਕਰੋ ਜਾਂ ਮਰੋ ਦੀ ਸਥਿਤੀ ਨੂੰ ਲੈ ਕੇ ਸਾਹਮਣੇ ਵੇਖੀ ਜਾ ਸਕਦੀ ਹੈ। ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਦੀ ਅਸੀਂ ਕਹਿ ਸਕਦੇ ਹਾਂ ਕਿ ਇਹ ਜੱਦੀ ਸੀਟ ਆ, ਰਵਾਇਤੀ ਸੀਟ ਆ, ਕਿਉਂਕਿ 2 ਵਾਰ ਭਗਵੰਤ ਮਾਨ ਹੋਣੀ ਉੱਥੋਂ ਜਿੱਤ ਚੁੱਕੇ ਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹੁਣ ਜਿਹੜੇ ਸੰਯੁਕਤ ਸਰਦੇਵ ਸਿੰਘ ਢੀਂਡਸਾ ਕੇਸ ਸਮੇਂ ਉਹ ਵੀ ਉੱਥੋਂ ਨੁਮਾਇੰਦਗੀ ਕਰਦੇ ਰਹੇ ਆ। ਤੇ ਦੂਸਰੇ ਇਹਦੇ ਨਾਲ ਹੀ ਨਾਲ ਸੁਨੀਲ ਜਾਖੜ ਵਰਗੇ ਬੰਦੇ ਵੀ ਕਾਂਗਰਸ ਦੇ ਉਹਨਾਂ ਹਲਕਿਆਂ ਤੋਂ ਨੁਮਾਇੰਦਗੀ ਕਰਦੇ ਰਹੇ ਨੇ ਬੀਤੇ ਦੌਰਾਂ ਦੇ ਵਿੱਚ। ਸੋ ਹੁਣ ਜਿਹੜੀਆਂ ਸਥਿਤੀਆਂ ਨੇ, ਹੁਣ ਸਥਿਤੀਆਂ ਬਿਲਕੁਲ ਅਲੱਗ ਨੇ। ਹੁਣ ਕਿਉਂਕਿ ਆਮ ਆਦਮੀ ਪਾਰਟੀ ਨੇ ਇਹ ਸੀਟ ਜਿਹੜੀ ਭਗਵੰਤ ਮਾਨ ਹੋਰਾਂ ਨੇ ਛੱਡੀ ਹੈ, ਜਿਸ ਤਰੀਕੇ ਨਾਲ ਤੁਸੀਂ ਬਿਲਕੁਲ ਠੀਕ ਕਹਿ ਰਹੇ, ਕਿਉਂਕਿ ਦੂਜੀ ਪਾਰਟੀਆਂ ਦੀ ਇਹ ਕੋਸ਼ਿਸ਼ ਹੋਏਗੀ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਭਾਜਪਾ ਹੈ, ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਹੋਵੇ, ਕਿ ਇੱਕ ਵਾਰੀ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਜਾਣ ਕਿ ਲੋਕਾਂ ਦੇ ਵਿੱਚ ਇਹ ਭਰਮ ਸਿਰਜ ਦਿੱਤਾ ਜਾਵੇ ਕਿ ਆਮ ਆਦਮੀ ਪਾਰਟੀ ਦਾ ਬੁਖਾਰ ਜਿਹੜਾ ਲੋਕਾਂ ਦਾ ਉਤਰ ਗਿਆ। ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਕਦੇ ਨਹੀਂ ਚਾਹੇਗੀ ਕਿ ਸਰਕਾਰ ਬਣੀ ਨੂੰ 2 ਮਹੀਨੇ ਹੋਏ ਹੋਣ ਤੇ ਉਹਨਾਂ 2 ਮਹੀਨਿਆਂ ਦੇ ਵਿੱਚ ਹੀ ਜਿਹੜਾ ਪਾਸਾ ਆ ਉਹ ਪੁੱਠਾ ਪੈ ਜੇ। ਤਾਂ ਅਜੇ ਤਾਂ 2024 ਦੀਆਂ ਚੋਣਾਂ ਆਉਂਦੀਆਂ ਨੇ,
ਅਜੇ ਤਾਂ 2027 ਦੇ ਵਿੱਚ ਵੀ ਗੁਜਰਾਤ ਮਾਫ ਕਰਨਾ ਆਉਣੀਆਂ ਨੇ ਤੇ ਇਹਦੇ ਨਾਲ ਹੀ ਨਾਲ ਅਜੇ ਹਿਮਾਚਲ ਤੇ ਗੁਜਰਾਤ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ। ਸੋ ਸਾਰੀਆਂ ਪਾਰਟੀਆਂ ਵਾਸਤੇ ਸੰਗਰੂਰ ਜਿਹੜੀ ਸੀਟ ਆ ਇਹ ਹਾਰਡ ਸੀਟ ਜਿਹੜੀ ਬਣੀ ਹੋਈ ਆ। ਹੁਣ ਸਭ ਤੋਂ ਪਹਿਲਾਂ ਤਾਂ ਜੇਕਰ ਉਹ ਪਾਰਟੀ ਜਿਸ ਦਾ ਕਬਜ਼ਾ ਇਸ ਸੀਟ ਤੇ ਰਿਹਾ ਉਹਦੀ ਗੱਲ ਕਰੀਏ ਤਾਂ ਕੁਦਰਤੀ ਤੌਰ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਉਹ ਪਾਰਟੀ ਜਿਹੜੀ ਆ ਸਭ ਤੋਂ ਅੱਗੇ ਨਜ਼ਰ ਚੱਲਦੀ ਪਈ ਆ, ਕਿਉਂਕਿ ਉਹਨਾਂ ਨੇ ਹਰ ਹੀਲਾ ਹਰ ਤਰੀਕਾ ਜਿਹੜਾ ਉਹ ਵਰਤਣਾ ਹੈਗਾ। ਔਰ ਸੈਕੰਡਲੀ ਇਹ ਵੀ ਗੱਲ ਆ ਕਿ ਸੰਗਰੂਰ ਦੀਆਂ ਜਿਹੜੀਆਂ 9 ਵਿਧਾਨ ਸਭਾ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਉੱਤੇ ਵੀ ਆ ਜਿਹੜਾ ਆਮ ਆਦਮੀ ਪਾਰਟੀ ਦਾ ਕੁਝ ਕਬਜ਼ਾ ਜਿਹੜਾ ਹੈਗਾ। ਤੇ ਅਜੇ ਜਿਹੜਾ ਲੋਕਾਂ ਨੂੰ ਅਜੇ ਆਮ ਆਦਮੀ ਪਾਰਟੀ ਦਾ ਬੁਖਾਰ ਅਜੇ ਲੱਥਾ ਨਹੀਂ ਜੋ ਅੱਜ ਦੀ ਤਰੀਕ ਤੱਕ ਅਸੀਂ ਵੇਖ ਰਹੇ ਹਾਂ। ਤੇ ਜੇਕਰ ਕੱਲ ਦੀ ਜਿਹੜੀ ਜਾਂ ਪਰਸੋਂ ਦੀ ਜਿਹੜੀ ਇੱਕ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਜਿਹੜਾ ਕਾਰਨਾਮਾ ਕੀਤਾ ਗਿਆ ਕਿ ਆਪਣੇ ਹੀ ਮੰਤਰੀ ਨੂੰ ਬਰਖਾਸਤ ਕਰਕੇ ਉਹਦੇ ਉੱਤੇ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ, ਉਹਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਆ ਸੁਖਵਿੰਦਰ ਜੀ ਉਹ ਪੰਜਾਬ 'ਚ ਬਦਲੀ ਆ। ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਕੋਈ ਵੀ ਵਿਅਕਤੀ ਹੋਣ, ਸਾਰਿਆਂ ਨੇ ਭਗਵੰਤ ਮਾਨ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ। ਜਿਸ ਤਰੀਕੇ ਨਾਲ ਆਪਾਂ ਇੱਕਦਮ ਸਵੇਰ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਇਹਦੇ ਨਾਲ ਉਹਨੇ ਬਹੁਤ ਕੁਝ ਖੱਟਿਆ ਵੀ ਆ ਤੇ ਬਾਹਰ ਦੀਆਂ ਸਟੇਟਾਂ ਦੇ ਵਿੱਚ ਉਹਨੇ ਆਪਣੀ ਹਵਾ ਵੀ ਜਿਹੜੀ ਬਣਾ ਲਈ ਹੈ। ਤਾਂ ਉਹੋ ਜਿਹੀ ਹਵਾ ਜਿਹੜੀ ਆ ਹੁਣ ਸੰਗਰੂਰ ਦੇ ਵਿੱਚ ਵੇਖਣ ਨੂੰ ਮਿਲੇਗੀ ਕਿ ਸੰਗਰੂਰ ਦੇ ਲੋਕ ਉਸ ਤੋਂ ਪ੍ਰਭਾਵਿਤ ਹਨ। ਕਿਉਂਕਿ ਅੱਜ ਤੱਕ ਅਗਰ ਵੇਖਿਆ ਜਾਏ ਸੁਖਵਿੰਦਰ ਜੀ ਤਾਂ ਸੰਗਰੂਰ ਦੇ ਵਿੱਚ ਜਿਹੜੀਆਂ ਵੋਟਾਂ ਪੈਂਦੀਆਂ ਰਹੀਆਂ ਨੇ ਉਹ ਮੇਰਾ ਨਹੀਂ ਖਿਆਲ ਆਮ ਆਦਮੀ ਨੂੰ ਪੈਂਦੀਆਂ ਹਨ, ਉਹ ਭਗਵੰਤ ਮਾਨ ਨੂੰ ਪੈਂਦੀਆਂ ਰਹੀਆਂ। ਤਾਂ ਭਗਵੰਤ ਮਾਨ ਉੱਥੇ ਤਾਂ ਹੀ ਜਿੱਤਦੇ ਰਹੇ ਆ ਕਿ ਜਿਸ ਤਰੀਕੇ ਨਾਲ ਲੋਕਾਂ ਦਾ ਉਹਨਾਂ ਨਾਲ ਸਿੱਧਾ ਰਾਬਤਾ ਰਿਹਾ। ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਹੁੰਦੀ ਤਾਂ ਫਿਰ 3 MP ਜਿਹੜੇ ਪਹਿਲਾਂ 2014 'ਚ ਜਿੱਤੇ ਤਾਂ ਫਿਰ 2019 'ਚ ਵੀ ਜਿੱਤ ਸਕਦੇ ਸੀ, ਪਰ ਕੇਵਲ ਭਗਵੰਤ ਮਾਨ ਹੀ ਉਸ ਪ੍ਰਤੀਨੇਤਾ ਉਹ ਸੀਟ ਜਿਹੜੀ ਆਪਣੀ ਬਚਾ ਸਕੇ। ਸੋ ਉੱਥੇ ਹੁਣ ਭਗਵੰਤ ਮਾਨ ਦਾ ਨਿੱਜੀ ਆਧਾਰ ਭਗਵੰਤ ਮਾਨ ਦੇ ਉਸ ਇਲਾਕੇ ਵਿੱਚ ਬਤੌਰ MP ਵਜੋਂ ਕੀਤੇ ਕਾਰਜ ਤੇ ਅੱਜ ਦੀ ਤਰੀਕ 'ਚ ਬਤੌਰ ਮੁੱਖ ਮੰਤਰੀ ਉਸ ਦਾ ਇਮੇਜ ਜਿਹੜਾ ਉਹ ਕਿਹੋ ਜਿਹਾ ਉੱਥੇ ਕ੍ਰੀਏਟ ਹੋਇਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੀਐਮ ਦਾ ਆਪਣਾ ਜਿਹੜਾ ਲੋਕਲ ਹਲਕਾ ਜਿਹੜਾ ਉਹ ਵਕਾਰ ਦਾ ਸਵਾਲ ਜਿੱਥੇ ਪਾਰਟੀ ਲਈ ਹੈ ਉੱਥੇ ਖੁਦ ਭਗਵੰਤ ਸਿੰਘ ਮਾਨ ਦੇ ਲਈ ਵੀ ਹੈ। ਬਿਲਕੁਲ ਜੀ ਬਿਲਕੁਲ, ਕੁਦਰਤੀ ਤੌਰ ਤੇ ਕਿਉਂਕਿ ਉੱਥੇ ਭਗਵੰਤ ਮਾਨ ਹੁਣੀ ਆਪਣੇ ਹੀ ਕੰਮਾਂ ਕਾਜਾਂ ਦੀ ਬਤਾਓ। ਇੱਕ ਉਮੀਦਵਾਰਾਂ ਦੀ ਵੀ ਜੇ ਮੈਂ ਗੱਲ ਅਣਖੀ ਸਾਹਿਬ ਕਰਾਂ ਉੱਥੇ 2 ਨਾਵਾਂ ਦੀ ਬਹੁਤੀ ਚਰਚਾ ਹੈ। ਇੱਕ ਤਾਂ ਭਗਵੰਤ ਮਾਨ ਦੀ ਭੈਣ ਦੀ ਚਰਚਾ ਹੈ ਤੇ ਇਹ ਥੋੜੀ ਜਿਹੀ ਮੱਠੀ ਇਸ ਲਈ ਪੈ ਜਾਂਦੀ ਹੈ ਕਿਉਂਕਿ ਇੱਕ ਜਿਸ ਤਰੀਕੇ ਦੇ ਨਾਲ ਭਗਵੰਤ ਸਿੰਘ ਮਾਨ ਹੋਣਾ ਨੇ ਅੱਜ ਜਿਹੜੀਆਂ ਗੱਲਾਂ ਕਹੀਆਂ ਕਿ ਭਾਈ ਭਤੀਜਾਵਾਦ ਤੋਂ ਜਿਹੜਾ ਤੁਸੀਂ ਦੂਰ ਰਹੋ ਤੇ ਆਪਣੇ MLA ਤੇ ਵਿਧਾਇਕਾਂ ਨੂੰ ਤੇ ਮੰਤਰੀਆਂ ਨੂੰ ਜਿਹੜੀ ਉਹਨਾਂ ਨੇ ਸਿੱਧੇ ਤੌਰ ਤੇ ਵਾਰਨਿੰਗ ਦਿੱਤੀ ਹੈ ਕਿ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਕੰਮਕਾਜ ਤੋਂ ਦੂਰ ਰੱਖੋ, ਭਾਈ ਭਤੀਜਾਵਾਦ ਨੂੰ ਜਿਹੜਾ ਉਹ ਦੂਰ ਕਰੋ। ਇਹ ਜਿਹੜੀਆਂ ਗੱਲਾਂ ਕਹੀਆਂ ਉਹ ਗੱਲਾਂ ਜੇ ਭਗਵੰਤ ਸਿੰਘ ਮਾਨ ਹੋਰਾਂ ਤੇ ਵੀ ਢੁਕਦੀਆਂ ਨੇ ਤਾਂ ਫਿਰ ਉਹ ਆਪਣੀ ਭੈਣ ਨੂੰ ਸੀਟ ਜੇ ਦਿੰਦੇ ਨੇ ਤਾਂ ਮੈਨੂੰ ਲੱਗਦਾ ਮੁਸ਼ਕਲਾਂ 'ਚ ਥੋੜਾ ਜਿਹਾ ਘਿਰ ਜਾਣਗੇ। ਤਾਂ ਦੂਜੀ ਚਰਚਾ ਜਿਹੜੀ ਅਣਖੀ ਸਾਹਿਬ ਹੈਗੀ ਹੈ ਉਹ SSP ਮਨਦੀਪ ਸਿੰਘ ਸਿੱਧੂ ਦੀ, ਜਿਹੜੇ ਕਿ ਮੌਜੂਦਾ ਸੰਗਰੂਰ ਦੇ SSP ਨੇ। ਚਰਚਾ ਉਹਨਾਂ ਦੇ ਨਾਮ ਦੀ ਵੀ ਬਹੁਤ ਹੈ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ? ਸੁਖਵਿੰਦਰ ਜੀ ਜਿਹੜੀ ਤੁਸੀਂ ਗੱਲ ਕਹਿ ਰਹੇ ਜੀ ਕਿ ਭਗਵੰਤ ਮਾਨ ਨੇ ਜਿਹੜੀ ਇਹ ਗੱਲ ਕਹੀ ਆ ਕਿ ਭਾਈ ਭਤੀਜਾਵਾਦ ਤੋਂ ਦੂਰ ਰਹੋ, ਇਹੋ ਜਿਹਾ ਕੋਈ ਪ੍ਰਭਾਵ ਜਿਹੜਾ ਨਾ ਦਿਓ, ਇਹ ਮੇਰਾ ਖਿਆਲ ਜਿਹੜੀ ਇਹ ਉਹਨਾਂ ਨੇ ਗੱਲ ਕਹੀ ਆ ਉਹਨਾਂ ਵਿਧਾਇਕਾਂ ਨੂੰ ਕਹੀ ਆ ਜਿਹੜੇ ਵਿਧਾਇਕ ਇਸ ਵੇਲੇ ਪੰਜਾਬ ਦੀ ਮਸ਼ੀਨਰੀ ਦਾ ਇੱਕ ਅਹਿਮ ਹਿੱਸਾ ਬਣ ਚੁੱਕੇ ਆ। ਤਾਂ ਉਸ ਮਸ਼ੀਨਰੀ ਨੂੰ ਚਲਾਉਣ ਵਿੱਚ ਜਿਹੜੇ ਉਹਨਾਂ ਦੇ ਭਾਈ ਭਤੀਜਾਵਾਦ ਜਿਸ ਤਰੀਕੇ ਨਾਲ ਇਹਨਾਂ ਮੰਤਰੀਆਂ ਦਾ ਜਾਂ ਵਿਧਾਇਕਾਂ ਦੀ ਬੇਸ਼ੱਕ ਮਤਲਬ ਅਸੀਂ ਕਹਿ ਸਕਦੇ ਹਾਂ ਸ਼ਰਮਿੰਦਗੀ ਦਾ ਕਾਰਨ ਬਣਦੇ ਪਏ ਆ, ਇਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਗੱਲ ਜਿਹੜੀ ਆ ਉਹਨਾਂ ਨੂੰ ਕਹੀ ਆ। ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਸੁਖਵਿੰਦਰ ਜੀ ਅਜੇ ਆਮ ਆਦਮੀ ਪਾਰਟੀ ਦੇ ਸੰਵਿਧਾਨ ਦੇ ਵਿੱਚ ਕੋਈ ਵੀ ਏਦਾਂ ਦੀ ਧਾਰਾ ਆਪਾਂ ਕਹਿ ਸਕਦੇ ਕੋਈ ਮੱਦ ਵੇਖਣ ਨੂੰ ਨਹੀਂ ਮਿਲੀ ਕਿ ਇੱਕ ਪਰਿਵਾਰ ਇੱਕ ਟਿਕਟ, ਇਹ ਅਜੇ ਤੱਕ ਕੋਈ ਏਦਾਂ ਦਾ ਵੇਖਣ ਨੂੰ ਨਹੀਂ ਮਿਲਿਆ। ਤੇ ਸ਼ਾਇਦ ਇਹ ਨਵੀਆਂ ਪਰੰਪਰਾਵਾਂ ਜਿਹੜੀਆਂ ਸਥਾਪਿਤ ਕਰਦੇ ਹੋਏ ਮਨਪ੍ਰੀਤ ਕੌਰ ਜਿਹੜੀ ਭਗਵੰਤ ਮਾਨ ਉਹਨਾਂ ਦੀ ਭੈਣ ਆ ਉਹਨੂੰ ਜਿਹੜੀ ਆ ਟਿਕਟ ਦੇ ਦਿੱਤੀ ਜਾਵੇ, ਇਹ ਸੰਭਾਵਨਾਵਾਂ ਨੇ। ਇਹ ਮੈਨੂੰ SSP ਸਿੱਧੂ ਦੀ ਗੱਲ ਜਿਹੜੀ ਆ ਉਹ ਤਾਂ ਥੋੜੀ ਜਿਹੀ ਮੈਨੂੰ ਪਹੁੰਚਾਉਣੀ ਹਜ਼ਮ ਕਰਨੀ ਔਖੀ ਆ ਕਿਉਂਕਿ ਬੀਤੇ ਦੌਰ ਦੇ ਵਿੱਚ ਜਿਸ ਦਿਨ ਉਹਨਾਂ ਨੇ ਜੈ ਜੈਕਾਰ ਤੇ ਨਾਅਰੇ ਭਗਵੰਤ ਮਾਨ ਦੇ ਹੱਕ ਵਿੱਚ ਲਵਾਏ ਜਾਂ ਬੋਲੇ ਤਾਂ ਉਦੋਂ ਤੋਂ ਹੀ ਲੈ ਕੇ ਉਹ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਨੇ। ਤਾਂ ਇਹ ਇੱਕ ਚੰਗਾ ਪ੍ਰਭਾਵ ਆਮ ਆਦਮੀ ਪਾਰਟੀ ਕਦੇ ਵੀ ਇਹ ਪ੍ਰਭਾਵ ਨਾ ਤਾਂ ਪੰਜਾਬ ਦੀ ਅਫਸਰਸ਼ਾਹੀ ਨੂੰ ਦੇਗੀ ਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ ਦੇਗੀ ਕਿ ਹਾਂ ਵੀ ਕੋਈ SSP ਜੇਕਰ ਮੁੱਖ ਮੰਤਰੀ ਦੀ ਜੈ ਜੈਕਾਰ ਬੋਲਦਾ ਤੇ ਅਗਲੇ ਦਿਨ ਉਸ ਨੂੰ ਟਿਕਟ ਦੇ ਦਿੱਤੀ ਜਾਂਦੀ ਆ। ਇਸ ਮੁੱਦੇ ਤੇ ਫਿਰ ਜੇਕਰ ਏਦਾਂ ਦਾ ਹੁੰਦਾ ਤਾਂ ਤੁਸੀਂ ਸਿੱਧੂ ਸਾਹਿਬ ਦੇਖਿਓ ਕਿ ਇਸ ਦੇ ਪ੍ਰਭਾਵ ਜਿਹੜੇ ਨੇ ਉਹ ਮਾੜੇ ਜਾਣ ਕੇ ਮੁਕਾਬਲਨ ਜੇਕਰ ਉਹਦੀ ਭੈਣ ਨੂੰ ਟਿਕਟ ਦਿੱਤੀ ਜਾਂਦੀ ਹੈ ਮਨਪ੍ਰੀਤ ਕੌਰ ਨੂੰ, ਤਾਂ ਮਨਪ੍ਰੀਤ ਕੌਰ ਨੂੰ ਜੇਕਰ ਟਿਕਟ ਮਿਲਦੀ ਆ ਤਾਂ ਸੁਖਵਿੰਦਰ ਜੀ ਉਸ ਦਾ ਕਾਰਨ ਇਹ ਆ
ਕਿ ਲੋਕਾਂ ਨੇ ਅੱਗੇ ਵੀ ਭਗਵੰਤ ਮਾਨ ਨੂੰ ਭਗਵੰਤ ਮਾਨ ਕਰਕੇ ਜਿਤਾਇਆ ਸੀ, ਤੇ ਜੇਕਰ ਉਹਨੂੰ ਉਸੇ ਪਰਿਵਾਰ ਦੀ ਲੜਕੀ ਜੇਕਰ ਉਹ ਟਿਕਟ ਲੜਦੀ ਤਾਂ ਲੋਕਾਂ ਦਾ ਉਹਦੇ ਪ੍ਰਤੀ ਇੱਕ ਹਮਦਰਦੀ ਵਾਲਾ ਰਵੱਈਆ ਜਿਹੜਾ ਉਹ ਜ਼ਰੂਰ ਵੇਖਣ ਨੂੰ ਮਿਲੇਗਾ। ਤੇ ਹੋ ਸਕਦਾ, ਕਿਉਂਕਿ ਵੇਖੋ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਆਪੋ ਆਪਣੇ ਉਮੀਦਵਾਰ ਖਿਲਾਰਦੇ ਨੇ, ਤੇ ਜੇਕਰ ਮਨਪ੍ਰੀਤ ਕੌਰ ਨੂੰ ਟਿਕਟ ਮਿਲਦੀ ਆ ਤਾਂ ਉਹ ਪੁਰਾਣੇ ਦੌਰ ਦੇ ਵਿੱਚ ਵੀ ਜਦੋਂ ਮਾਫ ਕਰਦਾ ਭਗਵੰਤ ਮਾਨ ਦੀ ਜਿਹੜੀ ਕੰਪੇਨ ਸੀ ਉਹਦੇ ਵਿੱਚ ਉਹ ਆਪਣਾ ਯੋਗਦਾਨ ਜਿਹੜਾ ਉਹ ਦਿੰਦੀ ਰਹੀ ਆ। ਤਾਂ ਇਸ ਤਰੀਕੇ ਨਾਲ ਲੋਕਾਂ ਦੇ ਨਾਲ ਵਿਰੋਧੀ ਪਾਰਟੀਆਂ ਦੇ ਅੰਦਰ ਸਰ ਪ੍ਰਭਾਵ ਵੀ ਕਾਫੀ ਜ਼ਿਆਦਾ ਜਿਹੜੇ ਉਹ ਲੋਕ ਵੀ ਪਾਉਣਗੇ, ਤੇ ਹੋ ਸਕਦਾ ਹੈ ਕਿ ਜਿਹੜੇ, ਕਿਉਂਕਿ ਇਸ ਵਾਰ ਨਾ ਇਦਾਂ ਨਹੀਂ ਹੈ ਕਿ ਲੋਕ ਇੱਕੋ ਪਾਸੜ ਹੀ ਚੱਲ ਪੈਂਦੇ ਆ, ਲੋਕ ਬਹੁਤ ਕੁਝ ਸੋਚਦੇ ਹਨ ਕਿ ਸਭ ਵੋਟਰ ਹੁਣ ਸਿਆਣਾ ਹੋ ਚੁੱਕਿਆ ਹੈ, ਤੇ ਜਿਹੜੀਆਂ ਗੱਲਾਂ ਇਹ ਕਰਦੇ ਰਹੇ ਭਾਈ ਭਤੀਜਾਵਾਦ ਦੀਆਂ, ਪਰਿਵਾਰਵਾਦ ਦੀਆਂ, ਤੇ ਉਹ ਕਿਤੇ ਨਾ ਕਿਤੇ ਲੋਕ ਨਾਰਾਜ਼ ਵੀ ਤਾਂ ਹੋ ਸਕਦੇ ਆ ਨਾ ਕਿ ਜੇ ਭਗਵੰਤ ਮਾਨ ਹੁਣੀ ਜਿਹੜੇ ਆ ਉਹ ਆਪਦੀ ਭੈਣ ਨੂੰ ਹੀ ਟਿਕਟ ਦੇ ਦੇਣਗੇ ਤੇ ਫਿਰ ਵਰਕਰਾਂ ਦੀ ਜਾਂ ਹੋਰਾਂ ਦੀ ਕਿਸ ਤਰੀਕੇ ਦੇ ਨਾਲ ਕਦਰ ਜਿਹੜੀ ਆ ਉਹ ਪਊਗੀ। ਇਹ ਜਿਹੜੀਆਂ ਗੱਲਾਂ ਵੀ ਅਣਖੀ ਸਾਹਿਬ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਘਰ ਤਾਂ ਜ਼ਰੂਰ ਕਰਦੀਆਂ ਨੇ। ਮੈਂ ਬੜੇ ਥੋੜੇ ਸ਼ਬਦਾਂ ਦੇ ਵਿੱਚ ਜਵਾਬ ਲੈਣਾ ਚਾਹੂੰਗਾ, ਫਿਰ ਆਪਾਂ ਅੱਗੇ ਵਧਦੇ ਹਾਂ। ਜੀ ਬਿਲਕੁਲ ਤੁਹਾਡੀ ਗੱਲ ਠੀਕ ਆ ਸਿੱਧੂ ਸਾਹਿਬ, ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਕਿ ਲੋਕਾਂ 'ਚ ਇਹ ਪ੍ਰਭਾਵ ਜ਼ਰੂਰ ਜਾਏਗਾ ਕਿ ਭਗਵੰਤ ਮਾਨ ਵੀ ਰਵਾਇਤੀ ਪਾਰਟੀਆਂ ਵਾਂਗੂ ਲੈ ਕੇ ਚੱਲਣ ਲੱਗ ਪਏ ਨੇ, ਤੇ ਭਗਵੰਤ ਮਾਨ ਦਾ ਵੀ ਇਹ ਯਤਨ ਰਹੇਗਾ ਕਿ ਮੈਂ ਸ਼ੁਰੂਆਤ ਦੇ ਵਿੱਚ ਹੀ ਕੋਈ ਇਹੋ ਜਿਹਾ ਇਲਜ਼ਾਮ ਆਪਣੀ ਪਾਰਟੀ ਤੇ ਜਾਂ ਆਪਣੇ ਮੱਥੇ ਤੇ ਨਾ ਲਵਾ ਪਾਵਾਂ। ਪਰ ਹੁਣ ਦੂਸਰੀ ਸਥਿਤੀ ਸੁਖਵਿੰਦਰ ਜੀ ਇਹ ਆ ਕਿ ਫਿਰ ਮਨਪ੍ਰੀਤ ਕੌਰ ਨਹੀਂ ਤਾਂ ਫਿਰ ਹੋਰ ਕੌਣ, ਕਿਉਂਕਿ ਇਹਦੇ ਵਾਸਤੇ ਤਾਂ ਇਹ ਹੋਵੇਗਾ ਕਿ ਬੰਦਾ ਤਾਂ ਪੰਜਾਬ ਤੋਂ ਹੀ ਲੈਣਾ, ਤਾਂ ਪੰਜਾਬ ਦੇ ਵਿੱਚੋਂ ਇੱਕ ਨਾਮ ਹੋਰ ਜਿਹੜਾ ਹੈਗਾ ਆਪਾਂ ਤਾਂ ਚਲੋ ਨਹੀਂ ਕਹਿ ਸਕਦੇ, ਪਰ ਉਸ ਨਾਮ ਤੇ ਵੀ ਇੱਕ ਚਰਚਾ ਆ ਜਿਹੜੇ ਭਗਵੰਤ ਮਾਨ ਦੇ ਨਾਲ ਬੜੇ ਬੀਤੇ ਲੰਬੇ ਸਮੇਂ ਤੋਂ ਉਹਨਾਂ ਦੇ ਐਜ ਬਤੌਰ ਸਹਾਇਕ ਜਿਹੜਾ ਕੰਪੇਨ ਜਿਹੜੀ ਉਹ ਸਾਂਭਦੇ ਰਹੇ ਨੇ, ਤਾਂ ਇਹੋ ਜਿਹੇ ਬੰਦੇ ਦੇ ਵੀ ਨਾਮ ਹੈਗੇ ਨੇ ਜਿਹੜੇ ਚੱਲਦੇ ਨੇ। ਐਸਐਸਪੀ ਮਨਦੀਪ ਸਿੰਘ ਸਿੱਧੂ ਦਾ ਸਭ ਤੋਂ ਜ਼ਿਆਦਾ ਨਾਮ ਅਣਖੀ ਸਾਹਿਬ ਅੱਗੇ ਚੱਲਦਾ ਰਿਹਾ। ਇਹ ਨਹੀਂ ਕਿ ਨਾਅਰੇ ਲਾਏ ਕਰਕੇ, ਨਾ ਤੁਹਾਨੂੰ ਚੇਤਾ ਹੋਊਗਾ ਨਾਅਰੇ ਲਾਉਣ ਤੋਂ ਪਹਿਲਾਂ ਵੀ ਆਪਾਂ ਇਹ ਪ੍ਰੋਗਰਾਮ ਜਿਹੜਾ ਕਰ ਚੁੱਕੇ ਹਾਂ। ਨਹੀਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ, ਮਨਦੀਪ ਸਿੰਘ ਸਿੱਧੂ ਦੀ ਚਰਚਾ ਵੀ ਆ, ਪਰ ਸੁਖਵਿੰਦਰ ਜੀ ਆਮ ਆਦਮੀ ਪਾਰਟੀ ਮੇਰਾ ਨਹੀਂ ਖਿਆਲ ਕਿ ਇਹੋ ਜਿਹਾ ਇੱਕ ਜਿਹੋ ਜਿਹਾ ਰਿਸਕ ਜਾਣ ਬੁੱਝ ਕੇ ਠਾਲੇ, ਕਿਉਂਕਿ ਵਿਰੋਧੀਆਂ ਨੂੰ ਫਿਰ ਇਹ ਕਹਿਣ ਦਾ ਬਹੁਤ ਕੁਝ ਮੌਕਾ ਮਿਲ ਸਕਦਾ। ਆਮ ਆਦਮੀ ਪਾਰਟੀ ਦੀ ਜਿਹੜੀ ਇਮੇਜ ਆ, ਹਾਂ ਮਨਦੀਪ ਸਿੰਘ ਸਿੱਧੂ ਨੂੰ ਇਹ ਗੱਲ ਹੋ ਸਕਦੀ ਆ ਕਿ ਇਹਨਾਂ ਚੋਣਾਂ ਦੇ ਵਿੱਚ ਨਾ ਟਿਕਟ ਦਿੱਤੀ ਜਾਵੇ ਤਾਂ 2024 ਦੀਆਂ ਚੋਣਾਂ ਦੇ ਵਿੱਚ ਟਿਕਟ ਦਿੱਤੀ ਜਾ ਸਕਦੀ ਆ। ਜਿੱਥੋਂ ਤੱਕ ਮੇਰੀ ਆਪਣੀ ਸਿਆਸੀ ਸਮਝ ਆ, ਕਿਉਂਕਿ ਇਸ ਵੇਲੇ ਮਨਪ੍ਰੀਤ ਸਿੱਧੂ, ਬੇਸ਼ੱਕ ਤੁਹਾਡੀ ਗੱਲ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ ਕਿ ਉਹਦੇ ਵੱਲੋਂ ਲੋਕ ਭਲਾਈ ਦੇ ਜਿਸ ਤਰੀਕੇ ਨਾਲ ਸੰਗਰੂਰ 'ਚ ਕੰਮ ਕੀਤੇ ਜਾ ਰਹੇ ਆ, ਜਿਸ ਤਰੀਕੇ ਨਾਲ ਲੜਕੀਆਂ ਜਾਂ ਆਮ ਬੇਸਹਾਰਾ ਲੋਕਾਂ ਨਾਲ ਉਸਦਾ ਸਿੱਧਾ ਰਾਬਤਾ ਆ, ਬਿਲਕੁਲ ਠੀਕ ਆ ਕਿ ਉਹ। ਤਾਂ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਕੀ ਹੈ ਅਣਖੀ ਸਾਹਿਬ, ਕੀ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਕੀ ਹੈ? ਅਗਰ ਅੱਜ ਦੇ ਦੌਰ 'ਚ ਮੈਂ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਦੀ ਗੱਲ ਕਰਾਂ ਤੇ ਬਾਕੀ ਪਾਰਟੀਆਂ ਦੇ ਮੁਕਾਬਲੇ ਸੁਖਵਿੰਦਰ ਜੀ ਉਹ ਅੱਗੇ ਨਜ਼ਰ ਆਉਂਦੀ ਆ। ਉਸਦਾ ਕਾਰਨ ਕੀ, ਉਹ ਵੀ ਮੈਂ ਤੁਹਾਨੂੰ ਰਾਤ ਦੱਸ ਦਿੰਦਾ। ਉਸਦਾ ਕਾਰਨ ਸਭ ਤੋਂ ਪਹਿਲਾਂ ਅਸੀਂ ਜਿਹੜੀ ਮੁੱਖ ਵਿਰੋਧੀ ਪਾਰਟੀ ਆ ਪੰਜਾਬ ਦੀ, ਕਾਂਗਰਸ ਦੀ ਗੱਲ ਕਰਦੇ ਹਾਂ। ਕਾਂਗਰਸ ਦੇ ਜਿਹੜੀ ਇਸ ਵੇਲੇ ਪ੍ਰਧਾਨ ਕਿਹੜੇ ਨੇ, ਰਾਜਾ ਵੜਿੰਗ ਨੇ। ਸੁਨੀਲ ਜਾਖੜ ਉਸ ਏਰੀਆ ਦੇ ਇੱਕ ਨਾਮਵਰ ਕਦਾਵਰ ਨੇਤਾ ਸਨ ਜਿਹੜੇ ਉਹ ਛੱਡ ਕੇ ਜਾ ਚੁੱਕੇ ਆ, ਤੇ ਦੂਜੇ ਪਾਸੇ ਅਜੇ ਤੱਕ ਰਾਜਾ ਵੜਿੰਗ ਕੋਲ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਅੰਦਰੂਨੀ ਫੋਟ ਆ ਉਹ ਅਜੇ ਤੱਕ ਠੀਕ ਨਹੀਂ ਹੋ ਰਹੀ, ਉਹਦੇ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ। 18 ਦੇ 18 ਹੁਣ ਤਾਂ ਚਲੋ 17 ਵੀ ਹੋ ਸਕਦੇ ਆ, 17 ਹੁੰਦਾ ਹੈ ਆਪੋ ਆਪਣੀ ਤੂਤੀ ਬੋਲਦੇ ਪਏ ਆ। ਤਾਂ ਵੱਡੀ ਗੱਲ ਇਹ ਆ ਕਿ ਰਾਜਾ ਵੜਿੰਗ ਨੂੰ ਕੋਈ ਵੀ ਪ੍ਰਧਾਨ ਮੰਨਣ ਨੂੰ ਤਿਆਰ ਨਹੀਂ ਜੇ ਲੱਗ ਰਿਹਾ। ਬੇਸ਼ੱਕ ਉਦਾਂ ਕਹਿ ਰਹੇ ਨੇ ਉਹਦੀ ਕਾਰਜਸ਼ੈਲੀ, ਉਹਦੇ ਕੰਮ, ਉਹਦੇ ਧੰਦੇ, ਤਾਂ ਉਹਦੀ ਇੱਕ ਕਮਜ਼ੋਰ ਜਿਹੜੀ ਲੀਡਰਸ਼ਿਪ ਆ ਸੁਖਵਿੰਦਰ ਜੀ, ਉਹਦੇ ਕਰਕੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਉੱਥੇ ਇੱਕ ਮਜ਼ਬੂਤ ਧਿਰ ਵਜੋਂ ਉੱਭਰ ਸਕੇ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਜਿਹੜੇ ਆ ਉਹ ਵੀ ਅਣਖ ਸਾਹਿਬ ਜੇਲ੍ਹ ਦੇ ਵਿੱਚ ਨੇ, ਸੁਨੀਲ ਜਾਖੜ ਛੱਡ ਕੇ ਜਾ ਚੁੱਕੇ ਨੇ, ਤੇ ਉਸ ਤੋਂ ਬਾਅਦ ਉਹਨਾਂ ਦੇ ਭਤੀਜੇ ਵੀ ਜਿਹੜੇ ਆ ਉਹ ਵੀ ਛੱਡ ਕੇ ਜਿਹੜੇ ਮੇਰੇ ਖਿਆਲ 'ਚ ਜਾ ਰਹੇ ਨੇ, ਤੇ ਉਹਨਾਂ ਨੇ ਵੀ ਆਪਣੇ ਵਰਕਰਾਂ ਨੂੰ ਸੁਨੇਹੇ ਲਾਉਣੇ ਤੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਔਰ ਜਿਹੜੇ ਹੁਣੀ ਤੇ 2-3 ਮਹੀਨੇ ਜਿਹੜੀਆਂ ਪਹਿਲਾਂ ਵੋਟਾਂ ਪਈਆਂ ਅਣਖੀ ਸਾਹਿਬ, ਉਹਦੇ ਵਿੱਚ ਵੀ ਕਾਂਗਰਸ ਦੀ ਸਥਿਤੀ ਜਿਹੜੀ ਆ ਕੋਈ ਬਹੁਤੀ ਚੰਗੀ ਨਹੀਂ ਸੀ। ਮੇਰੇ ਖਿਆਲ 'ਚ ਆ ਵੀ 4 ਲੱਖ ਤੋਂ ਜ਼ਿਆਦਾ ਵੋਟਾਂ ਦੀਆਂ ਜਿਹੜੀਆਂ 9 ਵਿਧਾਨ ਸਭਾ ਹਲਕੇ ਹੈ ਇਸ ਲੋਕ ਸਭਾ ਹਲਕੇ ਦੇ ਅੰਦਰ, ਸੰਗਰੂਰ ਲੋਕ ਸਭਾ ਹਲਕੇ ਦੇ ਅੰਦਰ 9 ਵਿਧਾਨ ਸਭਾ ਹਲਕੇ ਆ, ਤੇ ਇਹਨਾਂ 9 ਵਿਧਾਨ ਸਭਾ ਹਲਕਿਆਂ ਦੀ ਜੇ ਮੈਂ ਗੱਲ ਕਰਾਂ ਪੂਰੇ ਟੋਟਲ, ਤਾਂ ਵਿਧਾਨ ਸਭਾ ਵੋਟਾਂ ਦੇ ਅੰਦਰ ਜਿਹੜੀ ਕਾਂਗਰਸ ਹੈ 4 ਲੱਖ ਤੋਂ ਜ਼ਿਆਦਾ ਵੋਟਾਂ ਦੇ ਨਾਲ ਪਿੱਛੇ ਸੀ। ਤਾਂ ਇਹ 4 ਲੱਖ ਵੋਟ ਜਿਹੜੀ ਹੈ ਉਹ ਕਿਵੇਂ ਕਾਂਗਰਸ ਨੇ ਪੂਰੀ ਕਰਨੀ ਆ, ਇਹ ਵੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ, ਤੇ ਤੁਹਾਡੀ ਗੱਲ ਤੇ ਮੋਹਰ ਲਾਉਂਦੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਅੱਗੇ ਲੱਗ ਰਹੀ ਹੈ ਅਣਖੀ ਸਾਹਿਬ।
ਵੱਡੀ ਸੁਖਵਿੰਦਰ ਜੀ ਗੱਲ ਇਹ ਹੈ ਕਿ ਇਸ ਵੇਲੇ ਅਗਰ ਕਾਂਗਰਸ ਪਾਰਟੀ ਕੋਲ ਕੋਈ ਕਦਾਵਰ ਚਿਹਰਾ ਹੋਵੇ ਨਾ, ਉਹ ਵੀ ਕਦਾਵਰ ਚਿਹਰਾ ਹੈ ਨਹੀਂ ਆ ਜਿਸ ਚਿਹਰੇ ਨੂੰ ਉੱਥੇ ਖੜਾ ਕਰਕੇ ਵੋਟਾਂ ਲਈਆਂ ਜਾ ਸਕਣ। ਬੇਸ਼ੱਕ ਫਿਲਹਾਲ ਤਾਂ ਮੈਨੂੰ ਲੱਗਦਾ ਕਿ ਕਾਂਗਰਸ ਜਿਹੜੀ ਆ ਉਹ ਆਪਣੀ ਜਿੱਤ ਲਈ ਨਹੀਂ, ਸਗੋਂ ਦੀ ਸਿਰਫ ਔਰ ਸਿਰਫ ਆਪਣੀ ਲੀਡ ਜਿਹੜੀ 4 ਲੱਖ ਵੋਟ ਦੀ ਜਿਹੜੀ ਦੂਜਿਆਂ ਨੂੰ ਲੀਡ ਹੈ ਉਹਨੂੰ ਸਿਰਫ ਘੱਟ ਕਰਨ ਦੇ ਲਈ ਲੜਨ ਦੀ ਜ਼ਿਆਦਾ ਨਜ਼ਰ ਆਊਗੀ। ਬਿਲਕੁਲ ਜੀ ਬਿਲਕੁਲ। ਬੇਸ਼ੱਕ ਇਸੇ ਕਰਕੇ ਹੀ ਸ਼ਾਇਦ ਰਾਜਾ ਵੜਿੰਗ ਨੇ ਵੀ ਪੱਟਾਂ ਦੇ ਥਾਪੀ ਉਸ ਤਰੀਕੇ ਨਾਲ ਮਾਰਤੀ ਕਿ ਹਾਂ ਵੀ ਮੈਂ ਇੱਥੋਂ ਚੋਣਾਂ ਲੜਾਂਗਾ। ਰਾਜਾ ਵੜਿੰਗ ਨੂੰ ਇਸ ਗੱਲ ਦਾ ਪਤਾ ਆ ਕਿ ਜਦੋਂ ਪਿਛਲੀ ਵਾਰੀ ਬਠਿੰਡੇ ਤੋਂ ਉਹਨੇ ਚੋਣ ਲੜੀ ਸੀ ਤਾਂ ਉਸ ਵਕਤ ਉਹਦਾ ਕੀ ਹਾਲ ਹੀ, ਹਾਲਾਂਕਿ ਪੰਜਾਬ 'ਚ ਸਰਕਾਰ ਵੀ ਉਸ ਸਮੇਂ ਕਾਂਗਰਸ ਪਾਰਟੀ ਦੀ ਸੀ। ਤਾਂ ਖੈਰ ਇਹ ਰਾਜਾ ਵੜਿੰਗ ਵਾਸਤੇ ਇੱਕ ਅਗਨੀ ਪ੍ਰੀਖਿਆ ਆ, ਮਤਲਬ ਧਰਮ ਸੰਕਟ ਦੀ ਸਥਿਤੀ ਆ ਕਿ ਉਹ ਆਪਣਾ ਪ੍ਰਦਰਸ਼ਨ ਕਿਹੋ ਜਿਹਾ ਕਰਦਾ। ਤੇ ਕਿਉਂਕਿ ਇਸ ਸੰਗਰੂਰ ਦੀ ਸੀਟ ਉੱਤੇ ਪ੍ਰਦਰਸ਼ਨ ਦੇ ਨਾਲ ਹੀ ਰਾਜਾ ਵੜਿੰਗ ਦਾ ਜਿਹੜਾ ਪ੍ਰਧਾਨਗੀ ਦਾ ਸਫ਼ਰ ਆ ਉਹ ਇਹਦੇ ਨਾਲ ਸੰਬੰਧਿਤ ਹੈਗਾ। ਸੋ ਇੰਨੀ ਵਧੀਆ ਜਿਹੜੀ ਸਥਿਤੀ ਆ ਇਹ ਆਪਣੇ ਉਹ ਨਜ਼ਰ ਜਿਹੜੀ ਆ ਸੁਖਵਿੰਦਰ ਜੀ ਮੈਨੂੰ ਕਾਂਗਰਸ ਪਾਰਟੀ ਦੀ ਉੱਤੇ ਨਜ਼ਰ ਨਹੀਂ ਆਉਂਦੀ। ਤੇ ਜੇਕਰ ਮੈਂ ਹੁਣ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂ, ਕਿਉਂਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਮੰਨਫੀ ਨਹੀਂ ਕਰ ਸਕਦੇ ਇਹ ਪੰਜਾਬ ਦੀ ਸਿਆਸਤ ਵਿੱਚ। ਪਰ ਵੱਡੀ ਗੱਲ ਇਹ ਆ ਆਪਣੇ ਸੁਖਵਿੰਦਰ ਜੀ ਕੀ ਜਿਹੜੀ ਅੱਜ ਦੀ ਸਥਿਤੀ ਅਕਾਲੀ ਦਲ ਪੂਰਨ ਤੌਰ ਤੇ ਬੈਕਫੁੱਟ ਤੇ ਪਿਆ ਤੇ ਸੰਗਰੂਰ ਦੇ ਵਿੱਚ ਉਸ ਦੀ ਸਭ ਤੋਂ ਮਾੜੀ ਸਥਿਤੀ ਜਿਹੜੀ ਸੰਗਰੂਰ ਦੇ ਵਿੱਚ ਹੈ ਅਸੀਂ ਕਹਿ ਸਕਦੇ ਹਾਂ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਵਰਗੇ ਜਿਹੜੇ ਕਦਾਵਰ ਨੇਤਾ ਨੇ ਜਿਹੜੇ ਉੱਥੋਂ MP ਕੇ ਸਮੇਂ ਰਹੇ ਨੇ ਉਹ ਇਸ ਵੇਲੇ ਆਪਣਾ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਬਣਾ ਕੇ ਬੈਠੇ ਨੇ। ਤੇ ਅਕਾਲੀ ਦਲ ਦੀ ਤੇ ਸਥਿਤੀ ਇਹੋ ਜਿਹੀ ਆ ਕਿ ਉਹ ਆਪਣਾ ਘਰ ਹੀ ਬਚਾ ਨਹੀਂ ਸਕੇ, ਸੁਖਬੀਰ ਬਾਦਲ ਵਰਗੇ ਬੰਦੇ ਹਾਰ ਗਏ। ਤਾਂ ਫਿਰ ਸਾਹਿਬ ਮੈਂ ਨਾ ਇੱਕ ਬੜਾ ਅਹਿਮ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੂੰਗਾ। ਤੁਸੀਂ ਕੁਝ ਦਿਨ ਪਹਿਲਾਂ ਇਹ ਚਰਚਾ ਵੀ ਕੀਤੀ ਸੀ ਜਿਸ ਤਰੀਕੇ ਨਾਲ ਸਿਮਰਨਜੀਤ ਸਿੰਘ ਮਾਨ ਹੁਣੀ ਹੈ, ਸਿਮਰਨਜੀਤ ਮਾਨ ਨੇ ਐਲਾਨ ਕਰ ਦਿੱਤਾ ਕਿ ਮੈਂ ਵੋਟਾਂ ਦੇ ਵਿੱਚ ਭਾਈ ਆਪਣੀ ਪਾਰਟੀ ਦੇ ਵੱਲੋਂ ਲੋਕ ਸਭਾ ਚੋਣ ਜਿਹੜੀ ਲੜੂੰਗਾ। ਉਹਨਾਂ ਨੇ ਐਲਾਨ ਅਣਖੀ ਸਾਹਿਬ ਜ਼ਰੂਰ ਕਰ ਦਿੱਤਾ ਤੇ ਨਾਲ ਹੀ ਨਾਲ ਇਹ ਵੀ ਉਹਨਾਂ ਨੇ ਕਿਹਾ ਕਿ ਜਿਵੇਂ ਪਿਛਲੇ ਦਿਨੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋਈਆਂ ਤੇ ਹੁਣ ਜਿਹੜੀਆਂ ਸਾਰੀਆਂ ਪੰਥਕ ਧਿਰਾਂ ਕਹਿੰਦੇ ਰਲ ਕੇ ਮੈਨੂੰ ਸਪੋਰਟ ਕਰਨ। ਉਮੀਦ ਉਹਨਾਂ ਨੇ ਬਾਦਲ ਪਰਿਵਾਰ ਤੋਂ, ਬਾਦਲ ਅਕਾਲੀ ਦਲ ਤੋਂ, ਸੁਖਦੇਵ ਸਿੰਘ ਢੀਂਡਸਾ ਹੋਰਾਂ ਸਾਰਿਆਂ ਤੋਂ ਜਤਾਈ ਹੈ। ਬਹੁਤ ਸਾਰੇ ਲੋਕ ਸੋਚਦੇ ਆ ਕਿ ਹੋ ਸਕਦਾ ਕਿ ਬਾਦਲ ਪਰਿਵਾਰ ਜਿਹੜਾ, ਬਾਦਲ ਅਕਾਲੀ ਦਲ ਜਿਹੜਾ ਉਹ ਸਪੋਰਟ ਸਿਮਰਨਜੀਤ ਸਿੰਘ ਮਾਨ ਦੀ ਕਰ ਦੇਵੇ। ਪਰ ਬਹੁਤੇ ਲੋਕ ਇਹ ਸੋਚਦੇ ਨੇ ਜੇ ਵਾਕਈ ਬਾਦਲ ਅਕਾਲੀ ਦਲ ਇਸ ਲੋਕ ਸਭਾ ਚੋਣਾਂ ਤੋਂ ਪਿੱਛੇ ਹਟ ਗਿਆ ਤੇ ਸਿਮਰਨਜੀਤ ਸਿੰਘ ਮਾਨ ਨੂੰ ਅੱਗੇ ਕਰ ਦਿੱਤਾ, ਸਪੋਰਟ ਕਰ ਦਿੱਤੀ, ਤਾਂ ਉਹਨਾਂ ਲਈ ਜਿਹੜਾ ਇਹ ਘਾਤਕ ਸਿੱਧ ਜਿਹੜਾ ਹੋ ਸਕਦਾ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਕਿ ਇਸ ਤਰੀਕੇ ਦੇ ਨਾਲ ਵੀ ਸ਼੍ਰੋਮਣੀ ਅਕਾਲੀ ਦਲ ਤੇ ਪੰਥਕ ਧਿਰਾਂ ਜਿਹੜੀਆਂ ਇਕੱਠੀਆਂ ਹੋ ਕੇ ਜਿਹੜੀਆਂ ਉਹ ਲੜ ਸਕਦੀਆਂ ਨੇ, ਤੇ ਜੇ ਲੜ ਸਕਦੀਆਂ ਨੇ ਤਾਂ ਕਿੰਨੀ ਇੱਕ ਕਾਰਗਰ ਸਾਬਤ ਹੋਊਗਾ? ਬੜਾ ਵਧੀਆ ਸੁਖਵਿੰਦਰ ਜੀ ਇਹ ਸਵਾਲ ਤੁਸੀਂ ਮੈਨੂੰ ਕੀਤਾ। ਇਹ ਥੋੜਾ ਜਿਹਾ ਮੈਨੂੰ ਸਮਾਂ ਦਿਓ ਕਿ ਆਪਾਂ ਇਸ ਸਵਾਲ ਦੇ ਉੱਤੇ ਥੋੜੀ ਜੀ ਖੁੱਲ ਕੇ ਜਿਹੜੀ ਚਰਚਾ ਕਰ ਲਈਏ। ਬਿਲਕੁਲ ਤੁਸੀਂ ਠੀਕ ਕਹਿਤਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਉੱਥੇ ਖੜਾ ਉਮੀਦਵਾਰ ਕਰ ਦਿੱਤਾ ਗਿਆ ਹੈ। ਮੈਂ ਅੱਗੇ ਜਿੱਥੋਂ ਗੱਲ ਸ਼ੁਰੂ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਸਥਿਤੀ ਹੈ ਸੰਗਰੂਰ ਦੇ ਵਿੱਚ ਬਿਲਕੁਲ ਤਰਸਯੋਗ ਆ। ਜੇਕਰ ਉਹ ਆਪਣਾ ਕੈਂਡੀਡੇਟ ਉੱਥੇ ਖਿਲਾਰਦੇ ਵੀ ਆ ਤੇ ਤਾਂ ਵੀ ਉਹਨਾਂ ਨੂੰ ਮੂੰਹ ਦੀ ਉੱਥੇ ਖਾਣੀ ਪੈਂਦੀ ਹੈ, ਕਿਉਂਕਿ ਉਤੋਂ ਕਿਸੇ ਵੀ ਸੂਰਤ ਵਿੱਚ ਉਹ ਜਿੱਤ ਦੇ ਵਿਖਾਈ ਜਿਹੜੇ ਉਹ ਨਹੀਂ ਦਿੰਦੇ। ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਸ ਤਰੀਕੇ ਨਾਲ ਜਿਹੜਾ ਆਪਣੇ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਧਾਰ ਤੇ 11 ਮੈਂਬਰੀ ਕਮੇਟੀ ਬਣਾਈ ਤਾਂ ਉਹਦੇ ਵਿੱਚ ਮਾਨ ਸਾਹਿਬ ਨੂੰ ਜਿਸ ਤਰ੍ਹਾਂ ਪ੍ਰਫੁੱਲਤਾ ਦਿੱਤੀ ਗਈ ਜਾਂ ਪਹਿਲ ਦਿੱਤੀ ਗਈ, ਮੇਰਾ ਨਹੀਂ ਖਿਆਲ ਪਿਛਲੇ 30 ਸਾਲਾਂ ਦੇ ਕਾਰਜਕਾਲ ਦੌਰਾਨ ਕਦੇ ਅਕਾਲੀ ਦਲ ਨੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਕਦੇ ਹੱਥ ਨਹੀਂ ਮਿਲਾਇਆ ਹੋਵੇ। ਇਹ ਉਹ ਪਰਦੇ ਦੀ ਰਾਜਨੀਤੀ ਆ, ਕਿਉਂਕਿ ਅਕਾਲੀ ਦਲ ਇਸ ਵੇਲੇ ਆਪਣਾ ਅਸਤਿਤਵ, ਆਪਣੀ ਹੋਂਦ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਆ। ਔਰ ਵੱਡੀ ਗੱਲ, ਜਿਸ ਤਰੀਕੇ ਨਾਲ ਅਕਾਲੀ ਦਲ ਬੈਕਫੁੱਟ ਤੇ ਜਾ ਰਿਹਾ, ਉਹ ਬੈਕਫੁੱਟ ਤੇ ਕਿ ਜਿੱਥੇ ਸ਼ਾਇਦ ਹੁਣ ਉਭਰਨਾ ਬਹੁਤ ਔਖਾ, ਕਿਉਂਕਿ ਸਥਿਤੀਆਂ ਇਦਾਂ ਦੀਆਂ ਨੇ 10 ਸਾਲ ਤੁਸੀਂ ਸੱਤਾ ਤੋਂ ਸਾਈਡ ਤੇ ਹੋ ਜਾਓ ਤੇ ਲੋਕੀ ਤੁਹਾਨੂੰ ਯਾਦ ਕਰਨਾ ਭੁੱਲ ਜਾਂਦੇ ਨੇ, ਕਿਉਂਕਿ ਪਾਰਟੀਆਂ ਹੁਣ ਕੁਝ ਹੋਰ ਵੀ ਆ ਗਈਆਂ। ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਆ ਜਾਂ ਜਿਹੜੀ ਸਰਕਾਰ ਆ ਜਿਹੜੀ ਪੰਜਾਬ 'ਚ ਬਣੀ, ਉਹ ਸੁਖਬੀਰ ਬਾਦਲ ਨੂੰ ਕਿਸੇ ਵੀ ਤਰੀਕੇ ਨਾਲ ਹਜਮ ਜਿਹੜੀ ਆ ਨਹੀਂ ਹੋ ਰਹੀ। ਤਾਂ ਉਹ ਜਿਹੇ ਪੰਥਕ ਮੁੱਦਿਆਂ ਦੀ ਤਲਾਸ਼ ਦੇ ਵਿੱਚ ਹੈਗਾ ਅਕਾਲੀ ਦਲ ਕਿ ਉਹ ਪੰਥਕ ਮੁੱਦਿਆਂ ਨੂੰ ਉਭਾਰ ਕੇ ਪੰਜਾਬ ਦੇ ਵਿੱਚ ਆਪਣੀ ਸਿਆਸਤ ਜਿਹੜੀ ਆਪਣੀ ਧਰਾਤਲ ਨੂੰ ਦੁਬਾਰਾ ਜਰਖੇਜ਼ ਪਾਣੀ ਲਾ ਕੇ ਦੁਬਾਰਾ ਉਹਨੂੰ ਪ੍ਰਫੁੱਲਤ ਕੀਤਾ ਜਾ ਸਕੇ। ਤਾਂ ਇਹਦੇ ਵਾਸਤੇ ਜੇਕਰ ਉਹਨਾਂ ਨੂੰ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕਰਨੀ ਵੀ ਪੈ ਜਾਂਦੀ ਹੈ ਤਾਂ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅਕਾਲੀ ਦਲ ਇਸ ਸੀਟ ਨੂੰ ਪਹਿਲਾਂ ਹੀ ਮੰਨ ਚੁੱਕਾ ਕਿ ਉਹਦੇ ਕੋਲ ਅਦਾਵਰ ਦਿੱਤਾ ਨਹੀਂ ਹੈਗਾ। ਨੰਬਰ 2, ਤੁਸੀਂ ਇਹ ਗੱਲ ਕੀਤੀ ਕਿ ਕੀ ਸਥਿਤੀਆਂ ਬਣ ਗਈਆਂ। ਦੇਖੋ ਸੁਖਵਿੰਦਰ ਜੀ, ਇਸ ਵੇਲੇ ਜਿਹੜੀ ਅੱਜ ਦੀ ਰਾਜਨੀਤੀ ਹੈ ਨਾ, ਪਿਛਲੀਆਂ ਚੋਣਾਂ ਜਾਂ ਅੱਜ ਦਾ ਜਿਹੜਾ ਇੰਟਰਨੈਟ ਦਾ ਯੁੱਗ ਹੈ, ਉਹਨੇ ਇਹ ਦਰਸਾਤਾ ਕਿ ਕੋਈ ਪੰਥਕ ਮੁੱਦੇ ਜਾਂ ਕੋਈ ਵੀ ਚੀਜ਼ਾਂ ਜਿਹੜੀਆਂ ਨਾ ਉਹ ਭਾਰੂ
ਅੱਜ ਦੀ ਸਿਆਸਤ ਤੇ ਨਹੀਂ ਜੇ ਪੈਂਦੀਆਂ, ਲੋਕਾਂ ਤੇ ਨਹੀਂ ਜੇ ਪ੍ਰਭਾਵਿਤ ਕਰਦੀਆਂ। ਲੋਕਾਂ ਨੇ ਆਪਣੀ ਸੋਚ ਤੇ ਆਪਣੀ ਸਮਝ ਅਨੁਸਾਰ ਜਿਹੜਾ ਉਹ ਵੋਟਾਂ ਪਾਉਣੀਆਂ ਨੇ। ਮਾਨ ਸਾਹਿਬ 2 ਵਾਰੀ ਜਿੱਤੇ, ਇੱਕ ਵਾਰੀ ਤਰਨਤਾਰਨ ਤੋਂ ਜਿੱਤੇ ਤੇ ਦੂਜੀ ਵਾਰੀ ਸੰਗਰੂਰ ਤੋਂ ਜਿੱਤੇ। ਉਦੋਂ ਜਿਹੜੇ ਜਿੱਤੇ ਉਹਦੀ ਸਥਿਤੀਆਂ ਲੋਕਾਂ ਨੂੰ ਪਤਾ। ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਵੀ ਬੰਦਾ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਦੇ ਉੱਤੇ ਨਹੀਂ ਚੜਿਆ ਤਾਂ ਨਾ ਹੀ ਕਦੀ ਵੇਖਿਆ ਗਿਆ। ਮਾਨ ਸਾਹਿਬ ਜ਼ਰੂਰ ਲੋਕ ਸਭਾ ਦੀ 2 ਵਾਰ MP ਗਏ ਨੇ। ਤਾਂ ਅੱਜ ਵੀ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਸਨ, ਹਲਕਾ ਅਮਰਗੜ੍ਹ ਤੋਂ ਉਹਨਾਂ ਦਾ ਸਮਿਤ ਸਿੰਘ ਮਾਨ ਦੇ ਨਾਲ ਸੰਬੰਧ ਸੀ, ਲੜਾਈ ਸੀ, ਤਾਂ ਹਾਲਾਂਕਿ ਉਸ ਵਕਤ ਦੀਪ ਸਿੱਧੂ ਦੇ ਮਦਦ ਕਰਕੇ ਕਿਹਾ ਜਾਂਦਾ ਸੀ ਕਿ ਸ਼ਾਇਦ ਮਾਨ ਸਾਹਿਬ ਜਿਹੜੇ ਜਿੱਤ ਜਾਣਗੇ ਜਾਂ ਮਾਨ ਸਾਹਿਬ ਦੇ ਹੱਕ 'ਚ ਆਵਾਜ਼ ਜਿਹੜੀ ਬਣ ਜੂਗੀ। ਦੇਖੋ ਸੁਖਵਿੰਦਰ ਜੀ, ਉੱਥੇ ਜਿਹੜੀਆਂ ਵੋਟਾਂ ਲੋਕਾਂ ਨੇ ਪਾਉਣੀਆਂ ਨਾ, ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪੈਣੀਆਂ, ਪੰਥਕ ਧਿਰਾਂ ਨੂੰ ਨਹੀਂ ਪੈਣੀਆਂ। ਉੱਥੇ ਵੋਟਾਂ ਜਿਹੜੀਆਂ ਪੈਣੀਆਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਪੈਣੀਆਂ ਨੇ। ਤੇ ਸਿਮਰਨਜੀਤ ਸਿੰਘ ਮਾਨ ਦੀ ਅੱਜ ਦੀ ਤਰੀਕ ਦੇ ਵਿੱਚ ਜਿਹੋ ਜਿਹੀ ਵਿਚਾਰਧਾਰਾ ਹੈਗੀ ਆ, ਔਰ ਜਿਹੋ ਜਿਹੀ ਵਿਚਾਰਧਾਰਾ ਉਹ ਗੱਲਬਾਤ ਕਰਦੇ ਆ, ਕੀ ਉਸ ਵਿਚਾਰਧਾਰਾ ਨੂੰ ਉਸ ਇਲਾਕੇ ਦਾ ਹਿੰਦੂ ਤਬਕਾ ਪਸੰਦ ਕਰੇਗਾ? ਕੀ ਉੱਥੋਂ ਦਾ ਬਾਕੀ ਵਰਗ ਇਸ ਚੀਜ਼ ਨੂੰ ਪਸੰਦ ਕਰਨਗੇ? ਹਿੰਦੂ ਦੀ ਗੱਲ ਛੱਡੋ, ਪਹਿਲੀ ਤੇ ਗੱਲ ਇਹ ਆਣਖੀ ਸਾਹਿਬ, ਸਿੱਖ ਧਰਮ ਜਿਹੜਾ ਸਿੱਖ ਵੋਟਰ ਨੇ ਕੀ ਉਹ ਪਸੰਦ ਕਰਦੇ ਨੇ? ਵੱਡੀ ਗੱਲ ਤਾਂ ਇਹ ਵੀ ਹੈ ਕਿਉਂਕਿ ਇਹਨਾਂ 9 ਸੀਟਾਂ ਦੇ ਉੱਪਰ ਵੀ ਸਿਮਰਨਜੀਤ ਸਿੰਘ ਮਾਨ ਦੇ ਬੰਦਿਆਂ ਨੇ ਚੋਣ ਲੜੀ ਹੈ। ਖੁਦ ਸਿਮਰਨਜੀਤ ਸਿੰਘ ਮਾਨ ਵੀ ਇਸੇ ਲੋਕ ਸਭਾ ਹਲਕੇ ਦੀ ਅਮਰਗੜ੍ਹ ਸੀਟ ਤੋਂ ਚੋਣ ਲੜੇ ਨੇ। ਜੀ ਬਿਲਕੁਲ ਬਿਲਕੁਲ ਬਿਲਕੁਲ। ਤਾਂ ਉਸ ਸਾਰੇ ਸੰਬੰਧ ਦੇ ਵਿੱਚ ਜਿਹੜੀ ਸਥਿਤੀ ਆ ਉਹ ਸ਼੍ਰੋਮਣੀ ਅਕਾਲੀ, ਮਾਫ ਕਰਦਾ, ਸਿਮਰਨਜੀਤ ਸਿੰਘ ਮਾਨ ਦੀ ਕਮਜ਼ੋਰ ਆ ਅਕਾਲੀ ਦਲ ਦੀ। ਤਾਂ ਅਕਾਲੀ ਦਲ ਦਾ ਕੁਝ ਨਹੀਂ ਜਾਣਦਾ ਕਿਉਂਕਿ ਅਕਾਲੀ ਦਲ ਬਾਦਲ ਬੜੀ ਸੂਝਵਾਨ ਉਹਨੇ ਪੱਤੇ ਖਿਲਾਰੇ ਆ। ਕਿਉਂਕਿ ਕੱਲ ਨੂੰ ਉਹ ਸਿਮਰਨਜੀਤ ਸਿੰਘ ਮਾਨ ਨੂੰ ਕਹਿ ਸਕਦੇ ਆ ਕਿ ਵੇਖੋ ਜੀ, ਅਸੀਂ ਤਾਂ ਤੁਹਾਡੇ ਹੱਕ 'ਚ ਖਲੋਤੇ ਸਾਂ, ਹੁਣ ਤੁਸੀਂ ਸਾਡਾ ਸਾਥ ਦਿਓ। ਤੇ ਰਾਜਨੀਤਿਕ ਪਾਰਟੀ 'ਚ ਗਿਵ ਐਂਡ ਟੇਕ ਦੀ ਪਾਲਿਸੀ ਸੁਖਵਿੰਦਰ ਜੀ ਚੱਲਦੀ ਰਹਿੰਦੀ ਹੈ। ਮੈਂ ਹੁਣ ਕੱਲ ਦੀ ਗੱਲ ਆਪਾਂ ਗੱਲ ਕਰ ਲਈਏ ਕਿ ਕੱਲ ਨੂੰ ਮਤਲਬ 6 ਜੂਨ ਨੂੰ ਜਦੋਂ ਘੱਲੂਘਾਰਾ ਦਿਵਸ ਹੁੰਦਾ ਤਾਂ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੁੰਦੇ ਨੇ ਉਹ ਆਪਣਾ ਇੱਕ ਮੈਸੇਜ ਜਿਹੜਾ ਕੌਮ ਤੇ ਲਾ ਕੇ ਦਿੰਦੇ ਆ। ਤੇ ਦੂਜੇ ਪਾਸੇ ਜਿਹੜੇ ਮਤਵਾਜੀ ਜਥੇਦਾਰ ਨੇ ਉਹ ਵੀ ਹਮੇਸ਼ਾ ਉਹਨਾਂ ਦੇ ਬਰਾਬਰ ਪੈਰਲਲ ਜਿਹੜਾ ਉਹ ਆਪਣਾ ਲੈਕਚਰ ਦਿੰਦੇ ਰਹੇ ਨੇ। ਤੇ ਬੀਤੇ ਦੌਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਮਤਵਾਜੀ ਜਥੇਦਾਰ ਨਾਲ ਖਲੋਤੇ ਹਮੇਸ਼ਾ ਨਜ਼ਰ ਆਉਂਦੇ ਰਹੇ ਆ। ਤੇ ਹੁਣ ਜਦੋਂ 6 ਜੂਨ ਨੂੰ ਜਦੋਂ ਦੁਬਾਰਾ ਘੱਲੂਘਾਰਾ ਦਿਵਸ ਹੋਣਾ, ਉਸ ਵਕਤ ਮਾਨ ਸਾਹਿਬ ਕਿੱਧਰ ਖਲੋਣਗੇ? ਕੀ ਮਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਵੱਲ ਖਲੋਣਗੇ ਤੇ ਜਾਂ ਹਰਪ੍ਰੀਤ ਵੱਲ ਖਲੋਣਗੇ? ਇਹ ਜਿਹੜੀਆਂ ਸਿਚੁਏਸ਼ਨਾਂ ਨੇ ਇਹ ਤੁਹਾਡੇ ਉਸ ਕਿਰਦਾਰ ਨੂੰ ਨੰਗਾ ਕਰਨਗੀਆਂ ਕਿ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਜੇ, ਮਾਫ ਕਰਨਾ ਤੁਸੀਂ ਨਹੀਂ, ਸਿਮਰਨਜੀਤ ਸਿੰਘ ਮਾਨ ਦੇ ਉਸ ਕਿਰਦਾਰ ਨੂੰ ਨੰਗਾ ਕਰ ਦੇਣਗੀਆਂ ਕਿ ਜਿੱਥੇ ਇੱਕ ਪਾਸੇ ਦਾ ਤੁਸੀਂ ਕਹਿੰਦੇ ਸੀ ਕਿ ਪੰਥਕ ਮੁੱਦਿਆਂ ਦੇ ਨਾਲ ਅਸੀਂ ਚੱਲਾਂਗੇ, ਤੇ ਦੂਜੇ ਪਾਸੇ ਹਰ ਸਟੇਜ ਤੇ ਤੁਸੀਂ ਬਾਦਲ ਪਰਿਵਾਰ ਨੂੰ ਭੰਡਦੇ ਰਹੇ ਜੇ, ਤੇ ਅੱਜ ਤੁਹਾਨੂੰ ਟਿਕਟ ਦੀ ਲੋੜ ਪਈ ਤਾਂ ਤੁਸੀਂ ਉਧਰ ਜਾ ਵੜੇ। ਲੋਕ ਸੁਖਿੰਦਰ ਜੀ ਬਹੁਤ ਕੁਝ ਸੋਚਦੇ ਆ। ਸੋ ਉਸ ਆਧਾਰ ਤੇ ਮੈਨੂੰ ਨਹੀਂ ਲੱਗਦਾ, ਮੈਂ ਸਹਿਮਤ ਕਰਾਂ, ਮੈਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ, ਮਾਫ ਕਰਨਾ, ਸਿਮਰਨਜੀਤ ਸਿੰਘ ਮਾਨ ਉੱਥੇ ਕੋਈ ਅਜਿਹਾ ਚਮਤਕਾਰ ਕਰ ਸਕਣ ਕਿ ਜਿਹਦੇ ਨਾਲ ਸਥਿਤੀ ਹੀ ਬਦਲ ਜਾਵੇ। ਇਹੋ ਜਿਹੀ ਗੱਲ ਕੋਈ ਨਜ਼ਰ ਨਹੀਂ। ਜਿਹੜੀ ਅਕਾਲੀ ਦਲ ਵੀ ਜਿਹੜੀ ਉੱਠਦੇ ਕੁਝ ਖੱਟਦਾ ਨਜ਼ਰ ਨਹੀਂ ਅਣਖੀ ਸਾਹਿਬ ਆ ਰਿਹਾ। ਇੱਕ ਪਾਰਟੀ ਰਹਿ ਗਈ ਹੈ ਬੀਜੇਪੀ ਬੜੀ ਪੱਬਾਂ ਭਾਰ ਆ, ਵੱਡੇ ਵੱਡੇ ਲੀਡਰ ਵੀ ਆਪਣੇ ਵਾਲੇ ਪਾਸੇ ਨੂੰ ਖਿੱਚ ਰਹੀ ਹੈ। ਵੱਡਾ ਤੇ ਮਲਾਈਦਾਰ ਲੀਡਰ ਵੀ ਉੱਥੇ ਕਹਿੰਦੇ ਫਿਰ ਸੁੱਟ ਦਿੱਤਾ ਹੈ। ਸੰਗਰੂਰ ਤੋਂ ਹੀ ਚੋਣ ਲੜ ਚੁੱਕੇ ਵਿਜੇ, ਮਾਫ ਕਰਨਾ, ਜਿਹੜੇ ਹੈਗੇ ਨੇ ਅਰਵਿੰਦ ਖੰਨਾ, ਉਹਨਾਂ ਨੂੰ ਜਿਹੜਾ ਦੁਬਾਰਾ ਇਹ ਚੋਣ ਜਿਹੜੀ ਲੜਾਈ ਜਾ ਸਕਦੀ ਹੈ। ਪਹਿਲਾਂ ਸੰਗਰੂਰ ਤੋਂ ਵਿਧਾਨ ਸਭਾ ਚੋਣ ਲੜੇ, ਬੇਸ਼ੱਕ ਹਾਰ ਗਏ, ਤੇ ਹੁਣ ਲੋਕ ਸਭਾ ਵੀ ਕਹਿੰਦੇ ਉਹਨਾਂ ਨੂੰ ਲੜਾਈ ਜਾ ਰਹੀ ਹੈ। ਤੇ ਮਲਾਈਦਾਰ ਉਮੀਦਵਾਰ ਵੀ ਹੈ, ਵੱਡੇ ਪੈਸੇ ਵਾਲੇ ਉਮੀਦਵਾਰ ਨੇ। ਕਿਵੇਂ ਦੇਖਦੇ ਹੋ? ਬੀਜੇਪੀ ਪੱਬਾਂ ਭਾਰ ਹੈ, ਸੈਂਟਰ ਤੱਕ ਜ਼ੋਰ ਲੱਗ ਰਿਹਾ। ਕਿਵੇਂ ਦੇਖ ਰਹੇ ਹੋ ਇਸ ਪੂਰੀ ਚੀਜ਼ ਨੂੰ ਕਿ ਬੀਜੇਪੀ, ਜੇ ਤੁਸੀਂ ਪਿਛਲੀਆਂ 2 ਪਾਰਟੀਆਂ ਦੀ ਜਾਂ ਹੋਰਾਂ ਪਾਰਟੀਆਂ ਦਾ ਜ਼ਿਕਰ ਕੀਤਾ ਹੈ, ਅਕਾਲੀ ਦਲ ਸਮੇਤ ਕਾਂਗਰਸ ਤੇ ਸਮੇਤ ਹੋਰ ਕੁਝ ਪਾਰਟੀਆਂ, ਤਾਂ ਕੀ ਲੱਗਦਾ ਫਿਰ ਹੁਣ ਟੱਕਰ ਜਿਹੜੀ ਹੈ ਉਹ ਬੀਜੇਪੀ ਕਿਤੇ ਜਿਹੜੀ ਹੈ ਤਾਂ ਨਹੀਂ ਦੇਵੇਗੀ ਇਹਨੂੰ? ਬੀਜੇਪੀ ਤਾਂ ਨਹੀਂ ਦੇਵੇਗੀ ਟੱਕਰ ਆਮ ਆਦਮੀ ਪਾਰਟੀ ਨੂੰ? ਦੇਖੋ, ਤੁਸੀਂ ਨਾਲ ਇੱਕ ਪਾਰਟੀ ਛੱਡ ਕੇ ਜੇ ਪੰਜਾਬ ਲੋਕ ਕਾਂਗਰਸ ਪਾਰਟੀ, ਉਹਦੀ ਵੀ ਗੱਲ ਤੁਹਾਡੀ ਕਰਨੀ ਬਣਦੀ ਹੈ ਕਿ ਉਹ ਸਮਰਥਨ ਦੇਣਗੇ ਭਾਜਪਾ ਦੇ ਉਮੀਦਵਾਰ ਨੂੰ। ਉਹੀ ਹੈ ਨਾ, ਉਹੀ ਆ ਹਾਲੇ ਤੱਕ ਜਿਹੜੇ ਆ ਕੀ ਕਹਿੰਦੇ ਆ ਕਿ ਬੀਜੇਪੀ ਦੇ ਨਾਲ ਹੀ ਹੈ ਪੰਜਾਬ ਲੋਕ ਕਾਂਗਰਸ। ਔਰ ਵੱਡੀ ਗੱਲ ਇਹ ਹੈ, ਜਿਹੜੇ ਮੈਂ ਉਮੀਦਵਾਰ ਦਾ ਨਾਮ ਲਿਆ ਹੈ ਉਹ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਿਸ਼ਤੇਦਾਰ ਨੇ। ਜੇ ਮੈਂ ਗਲਤ ਨਹੀਂ ਆ ਤਾਂ ਉਹਨਾਂ ਦੇ ਸ਼ਾਇਦ ਸਖੀ ਭੂਆ ਦੇ ਮੁੰਡੇ ਨੇ ਅਰਵਿੰਦ। ਹਾਂਜੀ ਬਿਲਕੁਲ ਬਿਲਕੁਲ, ਹਾਂ ਬਿਲਕੁਲ। ਉਹ ਚਲੋ ਵੈਸੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲੈ ਲਈਏ ਤਾਂ ਪ੍ਰੋਬਲਮ ਲੱਗਦਾ ਕਿ ਵਾਕਿਆ ਉਹਨਾਂ ਨੂੰ ਕੋਈ ਯਾਦ ਕਰਨ ਵਾਲਾ ਹੈਗਾ, ਤਾਂ ਕਰਕੇ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਯਾਦ ਕਰ ਲਈਦਾ। ਤਾਂ ਜਿਹੜੀ ਸੰਗਰੂਰ ਦੀ ਸੀਟ, ਜੇਕਰ ਭਾਜਪਾ ਦੀ ਗੱਲ ਕਰੀ ਤਾਂ ਭਾਜਪਾ ਦੇ ਜਿਹੜੇ ਅਰਵਿੰਦ ਖੰਨਾ ਨੇ, ਤਾਂ ਅਰਵਿੰਦ ਖੰਨਾ ਦੀ ਭਾਜਪਾ ਨੇ, ਤੁਸੀਂ ਗੱਲ ਕੀਤੀ ਕਿ ਭਾਜਪਾ ਨੇ ਬੜਾ ਜ਼ੋਰ ਲਾਉਣਾ, ਪੱਬਾਂ ਭਾਰ ਹੋਈ ਆ। ਭਾਜਪਾ ਨੇ ਤੇ ਜ਼ੋਰ ਆਪਣੇ ਸੁਖਵਿੰਦਰ ਜੀ ਬੀਤੇ ਦੌਰ 'ਚ ਪੰਜਾਬ ਦੀ ਹਰ ਸੀਟ ਤੇ ਲਾ ਕੇ ਵੇਖ ਲਿਆ, ਤਾਂ ਮਿਲਿਆ ਕੀ?
ਕਿਉਂਕਿ ਲੋਕ ਜਿਹੜੇ ਨੇ ਭਾਜਪਾ ਦੀਆਂ ਨੀਤੀਆਂ ਤੋਂ ਅੱਜ ਵੀ ਪੂਰਨ ਤੌਰ ਤੇ ਖੁਸ਼ ਨਹੀਂ ਜੇ ਹੈਗੇ। ਤੇ ਦੂਜੇ ਪਾਸੇ ਬਲਦੀ ਤੇ ਤੇਲ ਜਿਹੜਾ ਆ, ਜਿਹੜੇ ਉਹਨਾਂ ਦੀ ਗੱਠਜੋੜ ਵਾਲੀ ਪਾਰਟੀ ਆ ਆਪਣੇ ਪੰਜਾਬ ਲੋਕ ਕਾਂਗਰਸ ਪਾਰਟੀ, ਉਹਨਾਂ ਨੇ ਜਿਹੜਾ ਪਾਉਣਾ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਬੋਲੀ ਆ ਉਹ ਹਮੇਸ਼ਾ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਕਿਹੋ ਜਿਹੀ ਰਹੀ ਆ, ਤਾਂ ਉੱਥੇ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਦਾ ਜਿਹੜਾ ਕੋਈ ਇਹੋ ਜਿਹਾ ਜਿਹੜਾ ਚਮਤਕਾਰ ਜਿਹੜਾ ਉਹ ਕਰ ਸਕੇ, ਕਿਉਂਕਿ ਕਮਜ਼ੋਰ ਕੈਂਡੀਡੇਟ ਅਰਵਿੰਦ ਖੰਨਾ ਜਿਹੜਾ ਨਾ ਕਮਜ਼ੋਰ ਕੈਂਡੀਡੇਟ ਜਿਹੜਾ ਹੋਵੇਗਾ। ਹਾਂ, ਹੁਣ ਜਿਹੜਾ ਅਗਲਾ ਪ੍ਰਸ਼ਨ ਸੁਖਵਿੰਦਰ ਜੀ ਇਹਦੇ ਨਾਲ ਹੀ ਬਣਦਾ, ਕਿਉਂਕਿ ਜੇਕਰ ਸਬਬ ਕਰੀਏ ਤਾਂ ਫਿਰ ਟੱਕਰ ਕਿਹਦੀ, ਪ੍ਰਸ਼ਨ ਜਿਹੜਾ ਇਹ ਬਣਦਾ ਕਿ ਆਮ ਆਦਮੀ ਪਾਰਟੀ ਦੀ ਫਿਰ ਟੱਕਰ ਕਿਹਦੇ ਨਾਲ ਹੋਏਗੀ। ਟੱਕਰ ਸੁਖਵਿੰਦਰ ਜੀ ਅਗਰ ਹੋਵੇਗੀ, ਜੋ ਮੈਨੂੰ ਲੱਗਦਾ, ਤਾਂ ਉਹ ਕਾਂਗਰਸ ਪਾਰਟੀ ਹੀ ਮੁੱਖ ਅਸੀਂ ਕਹਿ ਸਕਦੇ ਹਾਂ ਕਿ ਮੁੱਖ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਇੱਕ ਟੱਕਰ ਦੇਣ ਵਾਲਾ ਉਮੀਦਵਾਰ ਜਿਹੜਾ ਮੁਕਾਬਲਾ ਜਿਹੜਾ ਕੋਈ ਵੀ ਹੋ ਸਕਦਾ ਉਹ ਹੋਵੇਗਾ। ਪਰ ਕਾਂਗਰਸ ਦਾ ਉਮੀਦਵਾਰ ਵੀ ਨਵਾਂ ਹੋਵੇਗਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵੀ ਉਮੀਦਵਾਰ ਨਵਾਂ ਹੋਵੇਗਾ। ਤਾਂ ਨਵੇਂ ਉਮੀਦਵਾਰਾਂ ਦੇ ਵਿੱਚ ਕੇਵਲ ਇੱਕ ਹੀ ਉਮੀਦਵਾਰ ਪੁਰਾਣਾ ਉਮੀਦਵਾਰ ਹੈਗਾ ਸਿਮਰਨਜੀਤ ਸਿੰਘ ਮਾਨ, ਤੇ ਦੂਜੇ ਪਾਸੇ ਅਰਵਿੰਦ ਖੰਨਾ। ਹੁਣ ਇਹਨਾਂ ਦੇ ਵਿੱਚ ਜਿਸ ਤਰ੍ਹਾਂ ਨਾਮ ਜਿਹੜੇ ਡਿਕਲੇਅਰ ਹੋ ਚੁੱਕੇ ਨੇ, ਤਾਂ ਇਹਨਾਂ ਚੋਂ ਕੌਮੀ ਮੁਕਾਬਲਾ ਜਿਹੜਾ ਬਣੇਗਾ, ਚੌਕੌਣੀ ਮੁਕਾਬਲੇ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੀ ਟੱਕਰ ਆ ਉਹ ਆਮ ਆਦਮੀ ਪਾਰਟੀ ਵਰਸਸ ਕਾਂਗਰਸ ਰਹੇਗੀ, ਕਿਉਂਕਿ ਕਾਂਗਰਸ ਅਜੇ ਤੇ ਕੀ ਲੱਗਦਾ ਕਿ ਇਹਨਾਂ ਦੋਵਾਂ ਜੇ ਦੀ ਟੱਕਰ ਹੁੰਦੀ ਆ ਤਾਂ ਫਿਰ ਅੱਗੇ ਫੇਵਰਿਟ ਕੌਣ? ਫੇਵਰਿਟ ਕਹਿਣ ਦਾ ਭਾਵ ਅਸੀਂ ਸਾਡੀ ਫੇਵਰਿਟ ਨਹੀਂ, ਕਹਿਣ ਦਾ ਭਾਵ ਜਿੱਤਣ ਵਾਲੀ ਕਿਹੜੀ ਲੱਗ ਰਹੀ ਹੈ? ਜ਼ਿਆਦਾ ਚਾਂਸਸ ਕਿਹਦੇ ਨੇ ਜੇ ਤੁਸੀਂ ਇਹਨਾਂ ਦੋਵਾਂ ਦੀ ਗੱਲ ਕਰ ਰਹੇ ਹੋ? ਕਾਂਗਰਸ ਤੇ ਜੇ ਜਿਹੜੀ ਹੈਗੀ ਆ ਤੁਸੀਂ ਗੱਲ ਆਮ ਆਦਮੀ ਪਾਰਟੀ ਦੀ ਕਰ ਰਹੇ ਹੋ, ਤਾਂ ਦੋਵਾਂ ਦੇ ਵਿੱਚੋਂ ਚਾਂਸਸ ਜ਼ਿਆਦਾ ਕਿਹਦੇ ਨੇ? ਦੇਖੋ, ਚਾਂਸਸ ਤਾਂ ਸੁਖਵਿੰਦਰ ਜੀ ਇਸ ਵੇਲੇ ਫਿਰ ਆਮ ਆਦਮੀ ਪਾਰਟੀ ਦੇ ਜ਼ਿਆਦਾ ਬਣਦੇ ਨੇ, ਕਿਉਂਕਿ ਸਰਕਾਰ ਜਿਹੜੀ ਆ ਉਹਨਾਂ ਦੀ ਹੈ। ਅਜੇ ਤੱਕ ਆਮ ਆਦਮੀ ਪਾਰਟੀ ਦੇ ਉੱਤੇ ਕੋਈ ਵੀ ਅਜਿਹਾ ਦਾਗ ਨਹੀਂ ਲੱਗਾ ਕਿ ਜਿਸ ਨਾਲ ਇਹ ਪਾਰਟੀ ਤੁਹਾਨੂੰ ਬੈਕਫੁੱਟ ਤੇ ਜਾਂਦੀ ਮਹਿਸੂਸ ਹੋਵੇ ਜਾਂ ਇਸ ਤਰੀਕੇ ਦੀ ਗੱਲ ਕਰੇ। ਅਜੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਬੁਖਾਰ ਚੜਿਆ ਹੋਇਆ, ਤਾਂ ਅਜੇ ਲੋਕ ਉਹਦੇ ਰੰਗ 'ਚ ਰੰਗੇ ਹੋਏ ਆ। ਬਾਕੀ ਬਜਟ ਸੈਸ਼ਨ ਜਿਹੜਾ 1 ਤਰੀਕ ਨੂੰ ਸ਼ੁਰੂ ਹੋ ਰਿਹਾ, ਉਹਦੇ ਵਿੱਚ ਵੀ ਕੀਤੇ ਜਾਣ ਵਾਲੇ ਜਿਹੜੇ ਐਲਾਨ ਨੇ ਉਹ ਵੀ ਸ਼ਾਇਦ ਲੋਕਾਂ ਦਾ ਜਿਹੜਾ ਧਿਆਨ ਆ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਖਿੱਚ ਸਕਣਗੇ। ਕਿਉਂਕਿ ਇੱਕ ਗੱਲ ਆਪਣੇ ਸੁਖਵਿੰਦਰ ਜੀ ਕਲੀਅਰ ਹੁੰਦੀ ਹੈ ਕਿ ਜਿਹੜੀ ਪਾਰਟੀ ਦਾ ਰਾਜ ਹੈਗਾ, ਜਿਸ ਪਾਰਟੀ ਦਾ ਬੰਦੇ ਨੇ ਉਹਦਾ ਲੋਕ ਸਭਾ ਦੀ ਸੀਟ ਛੱਡੀ ਹੋਵੇ, 2 ਵਾਰ ਉੱਥੋਂ ਜਿੱਤਿਆ ਹੋਵੇ ਤੇ ਲੋਕਾਂ ਨਾਲ ਉਸ ਦਾ ਰਾਬਤਾ ਹੋਵੇ, ਤਾਂ ਘੱਟ ਤੋਂ ਘੱਟ ਉਹਦਾ ਫਿਰ ਜਿਹੜੀ ਟੱਕਰ ਦੇਣੀ ਹੈ ਉਸ ਪਾਰਟੀ ਦੀ ਕਿ ਜਿਹੜੀ 77 ਤੋਂ ਜਿਹੜੀ 18 ਤੱਕ ਆ ਗਈ ਆ, ਉਹਦੇ ਵਾਸਤੇ ਕਾਫੀ ਔਖੀ ਜਿਹੜੀ ਸਥਿਤੀ ਆ ਉਹ ਬਣਦੀ ਨਜ਼ਰ ਆਉਂਦੀ ਆ। ਬਾਕੀ ਇਹਦੇ ਬਾਵਜੂਦ ਵੀ ਜਿਹੜਾ ਮੁਕਾਬਲਾ ਆ ਸੁਖਵਿੰਦਰ ਜੀ, ਉਹ ਦੋਵਾਂ ਪਾਰਟੀਆਂ ਦੇ ਵਿਚਕਾਰ ਹੀ ਨਜ਼ਰ ਆਉਂਦਾ। ਤੀਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਹਦੇ ਵਿੱਚ ਕਿਤੇ ਵੀ ਨਜ਼ਰੀ ਨਹੀਂ ਆਉਂਦਾ, ਕਿਉਂਕਿ ਉਸ ਦੀ ਹਾਲਤ ਜਿਹੜੀ ਆ ਆਪਾਂ ਉਸ ਕੈਂਡੀਡੇਟ ਦੇ ਮੁਤਾਬਕ ਜਿਹੜੀ ਅਸੀਂ ਗੱਲ ਕਰਕੇ ਤੁਹਾਡੇ ਨਾਲ ਡਿਸਕਸ ਕੀਤੀ। ਬਿਲਕੁਲ ਤਾਨਕੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਗੱਲਬਾਤ ਕੀਤੀ ਗਈ ਹੈ। ਸੰਗਰੂਰ ਜ਼ਿਮਨੀ ਚੋਣ ਦੇ ਨਿਰਪੱਖ ਸਰਵੇ ਤੇ ਗੱਲਬਾਤ ਜਿਹੜੀ ਕੀਤੀ ਗਈ ਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।